ਸੈਂਟਰ ਨੇ ਸ਼ਰੇਆਮ ਬੇਇੱਜ਼ਤੀ ਕੀਤੀ ਹੈ ਕਿ ਪਹਿਲਾਂ ਤੁਸੀਂ ਮੀਟਿੰਗ ਤੇ ਸੱਦਦੇ ਹੋ, ਤੁਸੀਂ ਕਿਸਾਨ ਜਥੇਬੰਦੀਆਂ ਨੂੰ ਬੁਲਾਉਂਦੇ ਹੋ, ਤੁਹਾਡੇ ਕੋਲ ਕਿਸਾਨ ਜਥੇਬੰਦੀਆਂ ਦੇ 20 ਤੋਂ ਵੱਧ ਲੀਡਰ ਉੱਥੇ ਪਹੁੰਚਦੇ ਆ ਤੇ ਤੁਹਾਡੇ ਕੋਲ ਮੰਤਰੀ ਕੋਲ ਟਾਈਮ ਹੈ ਨਹੀਂ ਮਿਲਣ ਦਾ। ਕਿੰਨੀ ਕੁ ਵੱਡੀ ਗੱਲ ਹੈ। ਦਿੱਲੀ ਹੀ ਬੈਠਾ ਮੰਤਰੀ, ਪੰਜਾਬ ਤੋਂ ਕਿਸਾਨ 20 ਜਾ ਸਕਦੇ ਆ, ਬੱਸ ਕਰਕੇ ਇੱਧਰੋਂ ਜਾ ਸਕਦੇ ਆ, ਮੰਤਰੀ ਨੇ ਆਪਣੇ ਘਰੋਂ ਆਉਣਾ। ਕਿਹੜੀ ਗੱਲ ਵੱਡੀ ਕਾਨਫਰੰਸ ਹੈ ਜਿਹੜੀ ਨਹੀਂ ਸੀ ਮਿਲ ਸਕਦਾ। ਮੈਂ ਨਹੀਂ ਇਹ ਗੱਲ ਕਹਿੰਦਾ ਵੀ ਅੱਜ ਅਸੀਂ ਮਾਹੌਲ ਖਰਾਬ ਕਰਨ ਦੀ ਸਿਚੁਏਸ਼ਨ 'ਚ ਅਸੀਂ ਮਾਹੌਲ ਖਰਾਬ ਕਰਨ ਦੀ ਸਿਚੁਏਸ਼ਨ 'ਚ ਨਹੀਂ ਆ, ਪਰ ਕਲਮ ਦੀ ਲੜਾਈ ਕਲਮ ਨਾਲ, ਤਲਵਾਰ ਦੀ ਲੜਾਈ ਤਲਵਾਰ ਨਾਲ। ਸਟ੍ਰੈਟੇਜੀਜ਼ ਅਸੀਂ ਵੀ ਬਣਾਉਂਦੇ ਸੀ। ਸਟ੍ਰੈਟੇਜੀਜ਼ ਸਾਡਾ ਇਤਿਹਾਸ ਤੁਸੀਂ ਪੜ੍ਹ ਕੇ ਵੇਖ ਲਓ, ਜਦੋਂ ਗੱਲ ਜ਼ਫਰਨਾਮੇ ਦੀ ਵੀ ਆਉਂਦੀ ਹੈ ਤੇ ਗੱਲ ਜੰਗ ਦੇ ਮੈਦਾਨ ਦੀ ਵੀ ਆਉਂਦੀ ਹੈ, ਸਾਡੇ ਕੋਲ ਸਾਰਾ ਕੁਝ ਹੈਗਾ। ਸ਼ਹਿਰੀ ਨੌਜਵਾਨਾਂ ਨੂੰ ਇਹ ਸਮਝਣਾ ਪਏਗਾ ਕਿ ਕੀ ਮੈਂ ਆਪਣੇ ਭਵਿੱਖ ਦਾ ਫੈਸਲਾ ਇੱਕ ਬਿਜ਼ਨਸਮੈਨ ਦੇ ਹੱਥ ਛੱਡਣਾ ਚਾਹੁੰਦਾ, ਕੀ ਮੈਂ ਰਿਸਕ ਲੈ ਸਕਦਾ ਇੰਨਾ ਵੱਡਾ ਕਿ ਮੈਂ ਆਪਣੇ ਭਵਿੱਖ ਦਾ ਫੈਸਲਾ ਇੱਕ ਕਾਰਪੋਰੇਟ ਹਾਊਸ ਜਿਹਨੂੰ ਸਿਰਫ ਪੈਸੇ ਨਾਲ ਮਤਲਬ ਹੈ ਉਹ ਮੇਰੇ ਭਵਿੱਖ ਦਾ ਫੈਸਲਾ ਕਰੇਗਾ। ਇਹ ਸਵਾਲ ਹੈ ਸਾਰੇ ਸ਼ਹਿਰੀ ਨੌਜਵਾਨ ਕਿ ਫੇਸਬੁੱਕ ਤੇ ਕਮੈਂਟ ਕਰਕੇ ਅਸੀਂ ਆਪਣਾ ਫਰਜ਼ ਨਿਭਾਤਾ, ਜਾਂ ਸਟੇਟਸ ਪਾ ਕੇ ਆਪਣਾ ਫਰਜ਼ ਨਿਭਾਤਾ, ਜਾਂ ਇੰਸਟਾਗ੍ਰਾਮ ਤੇ ਸਟੋਰੀ ਪਾ ਕੇ ਆਪਣਾ ਫਰਜ਼ ਨਿਭਾਤਾ। ਇੱਦਾਂ ਨਹੀਂ ਹੈ। ਉਹ ਵੀ ਇੱਕ ਬਹੁਤ ਜ਼ਰੂਰੀ ਚੀਜ਼ ਹੈ ਅੱਜ ਦੇ ਟਾਈਮ 'ਚ, ਪਰ ਮੋਰਚੇ ਉਦੋਂ ਹੀ ਸਕਸੈਸਫੁਲ ਹੋਣਗੇ, ਮੋਰਚਿਆਂ ਦਾ ਰਿਜ਼ਲਟ ਉਦੋਂ ਨਿਕਲੇਗਾ ਜਦ ਅਸੀਂ ਸੜਕ 'ਤੇ ਆਵਾਂਗੇ। ਸੋ ਔਨ ਗਰਾਊਂਡ ਨੌਜਵਾਨਾਂ ਨੂੰ ਆਉਣਾ ਪਏਗਾ ਅਤੇ ਸਾਰਿਆਂ ਨੂੰ ਅਪੀਲ ਵੀ ਇਹੀ ਕਰਦਾ ਕਿ 18 ਤਰੀਕ ਨੂੰ ਵੱਧ ਚੜ੍ਹ ਕੇ ਪਹੁੰਚੋ, ਜਿੰਨੇ ਪਹੁੰਚ ਸਕਦੇ ਹੋ। ਅਸੀਂ ਉਡੀਕ ਕਰਾਂਗੇ। ਹੁਣ ਜਿਹੜੀ ਗੱਲ ਆਪਾਂ 18 ਤਰੀਕ ਵਾਲੇ ਧਰਨੇ ਦੀ ਕਰ ਰਹੇ ਹਾਂ ਉਹ ਇਹ ਆ ਵੀ 18 ਤਰੀਕ ਨੂੰ ਜਿਹੜਾ ਧਰਨਾ ਲੱਗਣਾ ਉਹ ਸਵੇਰੇ 10 ਵਜੇ ਸਟਾਰਟ ਹੋਣਾ। 18 ਤਰੀਕ ਐਤਵਾਰ ਗੁਲਮੋਹਰ ਹੋਟਲ ਦੇ ਬਾਹਰ ਫਿਰੋਜ਼ਪੁਰ ਰੋਡ ਦੇ ਉੱਪਰ। ਸੋ ਆਰਟਿਸਟ ਲੌਬੀ ਚੋਂ ਵੀਰ ਸਿੰਘ ਤੇ ਕਨਵਰ ਗਰੇਵਾਲ ਉਹ ਹੈ ਜਿਹੜੇ ਲੁਧਿਆਣੇ ਦੇ ਬਹੁਤ ਫੇਮਸ ਆਰਟਿਸਟ ਹੈ। ਨੂਰ ਚਹਿਲ ਹੈ, ਗੁਰਮਨ ਵਿਰਦੀ ਹੈ, ਇਹ ਵੀ ਆ ਰਹੇ। ਬਰਗਾੜੀ ਵਿਖੇ ਜਦੋਂ ਬੇਅਦਬੀ ਹੋਈ, ਗਿਆਨੀ ਹਰਪ੍ਰੀਤ ਸਿੰਘ ਜੀ ਦਾ ਬਿਆਨ ਹੈ, ਜਥੇਦਾਰ ਸਾਹਿਬ ਦਾ ਬਿਆਨ ਹੈ ਵੀ ਉਦੋਂ ਵੀ ਜਿਹੜਾ ਹੈ ਕਿਸਾਨ ਅੰਦੋਲਨ ਚੱਲ ਰਿਹਾ ਸੀ ਤੇ ਹੁਣ ਵੀ ਕਿਸਾਨ ਅੰਦੋਲਨ ਚੱਲ ਰਿਹਾ। ਇਹ ਸਵਾਲ ਮੈਂ ਤੁਹਾਡੇ ਤੋਂ ਤਾਂ ਪੁੱਛ ਰਿਹਾ, ਤੁਸੀਂ ਸਿੱਖ ਜਗਤ ਦੇ ਇੱਕ ਵੱਡੇ ਚਿਹਰੇ ਹੋ, ਇੱਕ ਯੂਥ ਹੋ, ਕੀ ਇਹਨਾਂ ਚੀਜ਼ਾਂ 'ਚ ਕੋਈ ਲਿੰਕ ਹੈਗਾ? ਸਾਰਾ ਦਾ ਸਾਰਾ ਜਿਹੜਾ ਤੁਹਾਡਾ ਫੋਕਸ ਹੈ ਉਹ ਇੱਕ ਜਗ੍ਹਾ ਤੇ ਹੈ। ਜਦੋਂ ਸਾਰੀ ਜਨਤਾ ਇਕੱਠੀ ਹੋ ਜਾਏਗੀ, ਇੱਕ ਜਗ੍ਹਾ ਤੇ ਫੋਕਸ ਹੋ ਜਾਏਗਾ ਤੇ ਫਿਰ ਦਿੱਲੀ ਹਿਲਦੀ ਹੈ। ਇਹ ਦਿੱਲੀ ਨੂੰ ਗੱਲ ਪਤਾ ਹੈ ਤੇ ਇਹ ਲੋਕਾਂ ਨੂੰ ਗੱਲ ਸਮਝਣੀ ਪਏਗੀ। ਪਰਸਨਲੀ ਐਂ ਲੱਗਦਾ ਜੇ ਆਰਟਿਸਟ ਲੌਬੀ ਧਰਨਿਆਂ 'ਚ ਨਾ ਆਉਂਦੀ ਤਾਂ ਸ਼ਾਇਦ ਯੂਥ ਧਰਨਿਆਂ 'ਚੋਂ ਮਿਸਿੰਗ ਹੁੰਦਾ। ਪਰ ਇਹੋ ਜਿਹੇ ਬਿਆਨ ਵੀ ਨਾਲੋਂ ਨਾਲ ਆ ਜਾਂਦੇ ਆ ਵੀ ਜਿਹੜੇ ਕੋਲਾ ਖਤਮ ਹੋ ਰਿਹਾ, ਪੈਟਰੋਲ ਦੀ ਸ਼ਾਰਟੇਜ ਹੋ ਰਹੀ ਹੈ। ਕੀ ਇਹ ਸੱਚੀਆਂ ਗੱਲਾਂ ਨੇ ਕਿ ਇਹ ਜਾਣ ਕੇ ਅੰਦੋਲਨ ਨੂੰ ਢਾਹ ਲੈਣ ਵਾਸਤੇ ਆ ਰਹੇ ਨੇ? ਵੀ ਪੰਜਾਬ ਐਡਾ ਛੋਟਾ ਰਾਜ ਹੈ ਕਿ 15 ਦਿਨ ਦਾ ਕੋਲਾ ਲੈ ਕੇ ਬੈਠੇ ਸੀ ਅਸੀਂ ਸਿਰਫ। ਕਿ ਲੋੜ ਹੈ ਸ਼ਹਿਰ ਦੇ ਵਿੱਚ ਇੱਕ ਇਕੱਠ ਕਰਨ ਦੀ, ਕਿਉਂਕਿ ਜਦ ਤੱਕ ਸ਼ਹਿਰ ਨਾਲ ਨਹੀਂ ਤੁਰਨਗੇ, ਜਦ ਤੱਕ ਸ਼ਹਿਰ ਨਾਲ ਨਹੀਂ ਜਾਗਣਗੇ, ਇਹ ਲੰਬੀ ਲੜਾਈ ਨਹੀਂ ਲੜੀ ਜਾ ਸਕਦੀ। ਇਹ ਲੜਾਈ ਲੰਬੀ ਲੜਨ ਦੇ ਲਈ ਸ਼ਹਿਰ ਤੇ ਪਿੰਡ, ਅਰਬਨ ਤੇ ਰੂਰਲ ਨੂੰ ਮਿਲ ਕੇ ਚੱਲਣਾ ਪਏਗਾ। ਰੇਲਾਂ ਨਹੀਂ ਰੋਕਾਂਗੇ ਤਾਂ ਬਟ ਆਬਵੀਅਸ ਹੈ ਦਿੱਲੀ ਤੇ ਪ੍ਰੈਸ਼ਰ ਨਹੀਂ ਬਣੇਗਾ। ਉਸ ਤੋਂ ਬਾਅਦ ਟੋਲ ਟੈਕਸਾਂ ਦੀ ਗੱਲ ਆਈ, ਜੇ ਟੋਲ ਟੈਕਸ ਨਹੀਂ ਰੋਕਾਂਗੇ। ਹੁਣ ਹਾਂ, ਦੋ ਚੀਜ਼ਾਂ ਨੇ। ਟੋਲ ਟੈਕਸ ਦਾ ਦੇਖੋ ਬੈਨੀਫਿਟ ਆਮ ਬੰਦਿਆਂ ਨੂੰ ਹੋਇਆ, ਤੁਸੀਂ ਮੈਂ ਜਦੋਂ ਜਾਂਦੇ ਆ ਕਿੰਨੇ ਖੁਸ਼ ਹੋ ਕੇ ਉੱਥੋਂ ਲੰਘਦੇ ਆ ਵੀ ਯਾਰ ਸਾਨੂੰ ਟੋਲ ਟੈਕਸ ਨਹੀਂ ਦੇਣਾ ਪਿਆ। ਪਰ ਦੂਜੀ ਗੱਲ, ਨੁਕਸਾਨ ਕਿਹਨੂੰ ਹੋਇਆ? ਸੈਂਟਰ ਨੂੰ। ਦਿੱਲੀ ਦੇ ਕੰਨਾਂ ਤੱਕ ਮਤਲਬ ਗੱਲ ਪਹੁੰਚਾਉਣੀ ਜ਼ਰੂਰੀ ਹੈ, ਦਿੱਲੀ ਨੂੰ ਸੇਕਾ ਲਾਉਣਾ ਜ਼ਰੂਰੀ ਹੈ। ਉਹਦੇ ਲਈ ਸ਼ਹਿਰ ਦੀ ਸੜਕ ਰੋਕ ਕੇ ਮੈਨੂੰ ਨਹੀਂ ਲੱਗਦਾ ਪਰਸਨਲ ਕੋਈ ਮੋਟਿਵ। ਖੇਤੀਬਾੜੀ ਬਿੱਲਾਂ ਦੇ ਖਿਲਾਫ ਕਿਸਾਨ ਅੰਦੋਲਨ ਵੱਖ-ਵੱਖ ਥਾਵਾਂ 'ਤੇ ਜਾਰੀ ਹੈ, ਭਾਵੇਂ ਉਹ ਟੋਲ ਪਲਾਜ਼ਾ ਹੋਣ, ਭਾਵੇਂ ਉਹ ਰਿਲਾਇੰਸ ਦੇ ਪੰਪ ਹੋਣ, ਜਾਂ ਭਾਵੇਂ ਉਹ ਰੇਲ ਰੋਕੋ ਅੰਦੋਲਨ ਹੋਵੇ। ਪਰ ਇੱਕ ਨਵੀਂ ਚੀਜ਼ ਤੁਹਾਨੂੰ ਦੱਸ ਦਈਏ, ਲੁਧਿਆਣੇ ਸ਼ਹਿਰ 'ਚ 18 ਤਰੀਕ ਨੂੰ ਸ਼ਹਿਰੀਆਂ ਦਾ ਧਰਨਾ ਲੱਗਣ ਜਾ ਰਿਹਾ, ਜਿਸ ਵਿੱਚ ਵਪਾਰੀ ਵੀ ਹੋਣਗੇ, ਦੁਕਾਨਦਾਰ ਵੀ ਹੋਣਗੇ, ਕਿਸਾਨ ਵੀ ਹੋਣਗੇ, ਵੱਡੇ ਵੱਡੇ ਨਾਮ ਵੀ ਹੋਣਗੇ, NGOs ਵਾਲੇ ਵੀ ਕਈ ਹੋਣਗੇ। ਅਤੇ ਇਸ 'ਤੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਗੁਰਸਾਹਿਬ ਸਿੰਘ ਅਤੇ ਗੌਰਵਦੀਪ ਜੀ। ਹੁਣ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਇਹਨਾਂ ਤੋਂ ਪੁੱਛਦੇ ਹਾਂ ਪਹਿਲਾ ਸਵਾਲ ਤਾਂ ਵੀ ਇਹਦਾ ਮਹੱਤਵ ਕੀ ਹੈ। ਗੌਰਵਦੀਪ ਜੀ, ਪਹਿਲਾ ਸਵਾਲ ਮੇਰਾ ਇਹੀ ਹੈ ਵੀ ਕੀ ਲੋੜ ਪੈ ਗਈ ਵੀ ਜਿੱਥੇ ਇੰਨੇ ਧਰਨੇ ਲੱਗ ਰਹੇ ਸੀ, ਰੇਲ ਰੋਕੋ ਅੰਦੋਲਨ ਵੀ ਚੱਲਿਆ, ਹੋਰ ਵੀ ਕਾਫੀ ਧਰਨੇ ਲੱਗ ਰਹੇ ਨੇ, ਰਿਲਾਇੰਸ ਦੇ ਪੰਪ ਘੇਰੇ ਜਾ ਰਹੇ ਆ, ਇੱਥੇ ਧਰਨਾ ਕਰਨ ਦਾ ਕੀ ਤੁਹਾਨੂੰ ਲੋੜ ਪੈ ਗਈ? ਧੰਨਵਾਦ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ। ਜਿਹੜੀ ਚੀਜ਼ ਮੈਨੂੰ ਲੱਗਦੀ ਹੈ ਉਹ ਇਹ ਸੀਗੀ ਕਿ ਬਹੁਤ ਟਾਈਮ ਤੋਂ, ਲੰਬੇ ਟਾਈਮ ਤੋਂ ਨਾ ਜਿਹੜੀ ਚੀਜ਼ ਸਾਹਮਣੇ ਆ ਰਹੀ ਸੀ ਕਿ ਜਿਸ ਦਿਨ ਦਾ ਪ੍ਰੋਟੈਸਟ ਸ਼ੁਰੂ ਹੋਇਆ, ਜਿਸ ਦਿਨ ਦਾ ਮੋਰਚਾ ਸ਼ੁਰੂ ਹੋਇਆ, ਵੱਖੋ ਵੱਖਰੇ ਜਗ੍ਹਾ 'ਤੇ ਇੱਕ ਇਹੋ ਜਿਹੀ ਚੀਜ਼ ਦੇਖਣ ਨੂੰ ਮਿਲੀ ਜਦ 25 ਤਰੀਕ ਦਾ ਚੱਕਾ ਜਾਮ ਹੋਇਆ ਅਤੇ ਸ਼ਹਿਰੀਆਂ ਦੇ ਵਿੱਚ ਆਹ ਦੇਖਣ ਨੂੰ ਮਿਲਿਆ ਜੀ, ਸੜਕਾਂ ਬੰਦ ਕਰਤੀਆਂ ਜੀ ਇਹ ਹੋ ਗਿਆ ਜੀ, ਉਹ ਹੋ ਗਿਆ। ਸ਼ਹਿਰੀ ਜੀ ਸਾਡੀਆਂ ਤਾਂ ਅਸੀਂ ਕੰਮ 'ਤੇ ਕਿਵੇਂ ਜਾਵਾਂਗੇ, ਸਾਡੇ ਕੰਮ ਬੰਦ ਕਰਾਤੇ। ਕਿਤੇ ਨਾ ਕਿਤੇ ਪੂੰਜੀਵਾਦ ਦਾ ਸਾਡੇ ਸ਼ਹਿਰਾਂ 'ਤੇ ਇਹ ਅਸਰ ਹੋ ਚੁੱਕਿਆ ਪੰਜਾਬ ਦੇ, ਕਿ ਪੰਜਾਬ ਦੇ ਸ਼ਹਿਰ ਇਹ ਭੁੱਲ ਚੁੱਕੇ ਹੈ
ਕਿ ਕਿਸਾਨੀ ਕਿੰਨੀ ਨਾਲ ਉਹਨਾਂ ਦੇ ਕੰਮ ਕਰਦੀ ਹੈ ਮਿਲ ਕੇ। ਅਰਬਨ ਸਟੂਡੈਂਟਸ ਦੀ ਗੱਲ ਕਰੀਏ, ਅਰਬਨ ਦੁਕਾਨਦਾਰਾਂ ਦੀ ਗੱਲ ਕਰੀਏ, ਇੰਡਸਟਰੀਜ਼ ਦੀ ਗੱਲ ਕਰੀਏ, ਕਿਤੇ ਨਾ ਕਿਸੇ ਅਸੀਂ ਉਹ ਆਪਣਤ ਮਹਿਸੂਸ ਕਰਨੀ ਬੰਦ ਕਰ ਗਏ। ਅਤੇ ਇਹੀ ਕਾਰਨ ਰਿਹਾ ਕਿ ਪਿਛਲੇ ਜਿੰਨੇ ਸਮੇਂ ਤੋਂ ਵੀ ਮੋਰਚੇ ਚੱਲੇ, ਜਿੰਨੇ ਜਗ੍ਹਾ 'ਤੇ ਵੀ ਧਰਨੇ ਲੱਗੇ, ਉਹਨਾਂ ਸਾਰੇ ਧਰਨਿਆਂ ਦੇ ਵਿੱਚ ਕਿਸਾਨੀ ਮੁੱਦੇ 'ਤੇ ਗੱਲ ਕਰਨ ਲਈ ਸ਼ਹਿਰੀ ਲੋਕ ਬਹੁਤ ਘੱਟ ਆਏ ਜਿੱਥੇ ਵੀ ਤੁਸੀਂ ਦੇਖਿਆ। ਅਤੇ ਦੂਜੇ ਪਾਸੇ ਇਹੋ ਜਿਹੇ ਵੀ ਲੋਕ ਸੀ ਜਿਹੜੇ ਜਾਣਾ ਚਾਹੁੰਦੇ ਸੀ, ਪਰ ਉਹ ਸ਼ਹਿਰਾਂ 'ਚੋਂ ਨਿਕਲ ਕੇ, ਜਿਵੇਂ ਨੌਜਵਾਨ ਬੱਚੀਆਂ ਉਹ ਸ਼ਹਿਰਾਂ 'ਚੋਂ ਨਿਕਲ ਕੇ ਸ਼ੰਭੂ ਤੱਕ ਨਹੀਂ ਸੀ ਜਾ ਸਕਦੇ, ਜਾਂ ਉਹ ਸ਼ਹਿਰਾਂ 'ਚੋਂ ਨਿਕਲ ਕੇ ਵੱਖੋ ਵੱਖਰੇ ਟੋਲ ਪਲਾਜ਼ਾ 'ਤੇ ਨਹੀਂ ਸੀ ਜਾ ਸਕਦੇ, ਕੋਵਿਡ ਹੋਣ ਕਰਕੇ, ਘਰ ਦੀਆਂ ਪਰਮਿਸ਼ਨਸ ਕਰਕੇ, 100 ਗੱਲਾਂ ਕਰਕੇ। ਸੋ ਇਸੇ ਕਰਕੇ ਇਹ ਸੋਚਿਆ ਕਿ ਲੋੜ ਹੈ ਸ਼ਹਿਰ ਦੇ ਵਿੱਚ ਇੱਕ ਇਕੱਠ ਕਰਨ ਦੀ, ਕਿਉਂਕਿ ਜਦ ਤੱਕ ਸ਼ਹਿਰ ਨਾਲ ਨਹੀਂ ਤੁਰਨਗੇ, ਜਦ ਤੱਕ ਸ਼ਹਿਰ ਨਾਲ ਨਹੀਂ ਜਾਗਣਗੇ, ਇਹ ਲੰਬੀ ਲੜਾਈ ਨਹੀਂ ਲੜਾਈ ਲੜੀ ਜਾ ਸਕਦੀ। ਇਹ ਲੜਾਈ ਲੰਬੀ ਲੜਨ ਦੇ ਲਈ ਸ਼ਹਿਰ ਤੇ ਪਿੰਡ, ਅਰਬਨ ਤੇ ਰੂਰਲ ਨੂੰ ਮਿਲ ਕੇ ਚੱਲਣਾ ਪਏਗਾ। ਗੁਰਸਾਹਿਬ ਸਿੰਘ ਜੀ, ਤੁਸੀਂ ਇੱਕ ਵਪਾਰੀ ਵੀ ਹੋ, ਅਲਾਈਅੰਸ ਦੇ ਮੈਂਬਰ ਹੋ, ਵੱਖ-ਵੱਖ NGOs ਵਿੱਚ ਤੁਸੀਂ ਕੰਮ ਕੀਤਾ। ਕੀ ਵਪਾਰੀਆਂ ਨੂੰ ਇਸ ਬਿੱਲ ਦਾ ਕਿੰਨਾ ਕੁ ਨੁਕਸਾਨ ਹੋ ਸਕਦਾ ਹੈ, ਕਿੰਨਾ ਕੁ ਘਾਤਕ ਹੋ ਸਕਦਾ ਹੈ? ਕਿਉਂਕਿ ਕਿਹਾ ਜਾ ਰਿਹਾ ਵਪਾਰੀਆਂ ਵਾਸਤੇ ਵੀ ਬਹੁਤ ਵਧੀਆ ਬਿੱਲ ਹੈ, ਕਿਸਾਨਾਂ ਵਾਸਤੇ ਵੀ ਬਹੁਤ ਵਧੀਆ ਬਿੱਲ ਹੈ, ਵਪਾਰੀਆਂ ਦਾ ਬਹੁਤ ਜ਼ਿਆਦਾ ਫਾਇਦਾ ਹੋਏਗਾ। ਹੁਣ ਇਸ 'ਤੇ ਤੁਸੀਂ ਚਾਨਣਾ ਪਾਓ। ਦੇਖੋ ਜੀ, ਗੱਲ ਇੱਦਾਂ ਕੁਵਰਜੋਤ ਸਿੰਘ, ਮੈਂ ਜੇ ਇਸ ਗੱਲ ਨੂੰ ਮਤਲਬ ਜਦੋਂ ਪਹਿਲੇ ਦਿਨ ਆਰਡੀਨੈਂਸ ਜਿਹੜਾ ਆਇਆ, ਉਦੋਂ ਜਦੋਂ ਮੈंने ਸਟੱਡੀ ਕਰਨਾ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲੀ ਗੱਲ ਕੀ ਸੀ ਕਿ ਬਈ MSP 'ਤੇ ਗੱਲ ਆ ਕੇ ਰੁਕ ਜਾਂਦੀ ਹੈ। ਹੁਣ ਆਪਾਂ ਜੇ ਧਰਨਿਆਂ ਦੀ ਗੱਲ ਕਰੀਏ, ਜਿਹ 'ਚ ਕਿਸਾਨ ਯੂਨੀਅਨਾਂ ਬੈਠੀਆਂ, ਉਹ ਗੱਲ ਕਰਦੀਆਂ ਨੇ ਸਿਰਫ MSP ਦੀਆਂ ਜਾਂ ਇੱਕ ਦੋ ਹੋਰ ਐਕਟ ਦੀਆਂ। ਤੁਸੀਂ ਉਹ ਦੋ ਐਕਟ ਦੇ ਤਾਂ ਨਾਮ ਵੀ ਨਹੀਂ ਸੁਣੇ ਹੋਣਗੇ, ਹੈ ਨਾ, ਜਿਵੇਂ ਜਿਹੜਾ ਕੰਜ਼ਿਊਮਰ ਐਕਟ ਹੈ ਜਾਂ ਹੋਰ ਐਕਟ ਹੈ, ਸਿਰਫ MSP ਦੀ ਗੱਲ ਹੋ ਰਹੀ। ਮੈਂ ਸੋਚਿਆ ਵੀ ਯਾਰ, ਜੇ ਮੇਰੀ ਫੈਕਟਰੀ, ਕਿਉਂਕਿ ਅਸੀਂ ਬਣਾਉਂਦੇ ਹਾਂ ਨਟ ਬੋਲਟ ਜਿਹੜੇ ਟਰੈਕਟਰ ਲਾਈਨ ਦੇ ਨੇ, ਜੇ ਮੇਰੀ ਫੈਕਟਰੀ 'ਚ ਟਰੈਕਟਰ ਲਾਈਨ ਦਾ ਕੋਈ ਚੀਜ਼ ਬਣ ਰਹੀ ਹੈ ਤਾਂ ਜੇ ਟਰੈਕਟਰ ਚੱਲੂਗਾ ਹੀ ਘੱਟ, ਉਹਦੀ ਟੁੱਟ ਭੱਜ ਘੱਟ ਹੋਊਗੀ, ਤਾਂ ਮੈਨੂੰ ਕੀ ਫ਼ਰਕ ਪਊਗਾ? ਜਦੋਂ ਵੀਰੇ ਮੈਂ ਸਾਰਾ ਦਾ ਸਾਰਾ ਇਹਨੂੰ ਸਟੱਡੀ ਕਰਨਾ ਸ਼ੁਰੂ ਕੀਤਾ ਨਾ, ਤਾਂ ਉਹ ਦੇਖਿਆ ਇੱਕ ਬਹੁਤ ਵੱਡਾ ਕਲਜਾਗਣਾ। ਉਹਦੇ ਲਈ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਮੰਨ ਲਓ ਕਿ ਅੱਜ ਆਰਡੀਨੈਂਸ ਲੱਗ ਗਿਆ, ਰਿਲਾਇੰਸ ਨੇ ਮਾਲ ਖਰੀਦ ਲਿਆ, ਰਿਲਾਇੰਸ ਨੇ ਸਾਰਾ ਦੀ ਸਾਰੀ ਫੋਰ ਐਗਜ਼ਾਮਪਲ ਆਲੂ ਖਰੀਦ ਲਿਆ। ਆਲੂ ਖਰੀਦ ਕੇ ਰਿਲਾਇੰਸ ਨੇ ਕਰ ਲਿਆ ਸਟੋਰ, ਕਿਉਂਕਿ ਰਿਲਾਇੰਸ ਕੋਲ ਕਪੈਸਿਟੀ ਹੈ ਕਿ ਉਹ ਸਾਰੇ ਪੰਜਾਬ ਦਾ ਆਲੂ ਖਰੀਦ ਸਕਦਾ। ਅਤੇ ਆਲੂ ਖਰੀਦ ਕੇ ਉਹਨੇ ਕੋਲਡ ਸਟੋਰ 'ਚ ਸਟੋਰ ਕਰ ਲਿਆ। ਹੁਣ ਉਹਨੇ ਮਾਰਕੀਟ 'ਚ ਕਹਿਤਾ ਜੀ ਭਾਈ ਆਪਾਂ ਜਿਹਨੂੰ ਬਲੈਕ ਮਾਰਕੀਟਿੰਗ ਕਹਿੰਦੇ ਹਾਂ, ਉਹਨੂੰ ਥੋੜ੍ਹਾ ਜਿਹਾ ਹੋਰ ਈਜ਼ੀ ਸਮਝਾਉਣਾ। ਉਹਨੇ ਕਹਿਤਾ ਜੀ ਮਾਰਕੀਟ 'ਚ ਆਲੂ ਖਤਮ ਆ, ਅਤੇ ਮਾਰਕੀਟ 'ਚ ਆਲੂ ਖਤਮ ਹੋ ਗਿਆ, ਉਹਦਾ ਰੇਟ ਵੱਧ ਗਿਆ। ਹੁਣ ਲੈਣਾ ਆਲੂ ਕਿੰਨੇ ਆ? ਤੁਸੀਂ, ਮੈਂ, ਗੌਰਵਦੀਪ, ਸੋ ਐਂਡ ਸੋ, ਜਿੰਨੇ ਸਿਟੀ 'ਚ ਰਹਿੰਦੇ ਆ, ਉਹਨੇ ਵੀ ਤਾਂ ਆਲੂ ਖਾਣਾ ਹੈ ਨਾ। ਜਦੋਂ ਰਿਲਾਇੰਸ ਨੇ ਕਿਹਾ ਜੀ ਆਲੂ ਦਾ ਮਤਲਬ, ਲੋਕਾਂ 'ਚ ਇੱਕ ਹਾਹਾਕਾਰ ਮੱਚ ਗਈ ਵੀ ਆਲੂ ਜਿਹੜਾ ਮਾਰਕੀਟ 'ਚੋਂ ਉੱਡ ਗਿਆ, ਪ੍ਰਾਈਸ ਵਧੂਗਾ। ਫਿਰ ਰਿਲਾਇੰਸ ਹੌਲੀ ਹੌਲੀ ਆਪਦੇ ਸਟੋਰਸ 'ਤੇ ਭੇਜੂਗਾ। ਜਿਹੜੀ ਚੀਜ਼ 10 ਰੁਪਏ ਦੀ ਹੈ ਨਾ, ਉਹ ਤੁਹਾਨੂੰ ਜਦੋਂ 20 ਰੁਪਏ ਦੀ ਮਿਲੂਗੀ, ਅਤੇ ਮਿਲੂਗੀ ਥੋੜ੍ਹੀ ਜਿਹੀ ਤਾਦਾਦ ਵਿੱਚ, ਲੈਣੀ ਪਊਗੀ। ਹੁਣ ਦੱਸੋ, ਇਹ ਬਿੱਲ ਸ਼ਹਿਰੀਆਂ ਨੂੰ ਨੁਕਸਾਨਦਾਇਕ ਹੈ ਕਿ ਨਹੀਂ? ਇਹ ਫਾਇਦੇ ਵਾਲੀਆਂ ਗੱਲਾਂ ਤੇ ਜੋ ਸਰਕਾਰ ਨੇ ਕਰਨੀਆਂ ਉਹ ਕਰਨੀਆਂ ਹੀ ਨੇ, ਪਰ ਮੈਨੂੰ ਇਹਦੇ 'ਚੋਂ ਹਾਲੇ ਤੱਕ ਕੋਈ ਫਾਇਦਾ ਨਹੀਂ ਲੱਭਿਆ। ਦੂਜੀ ਗੱਲ, ਜੇ ਇਹਨੂੰ ਹੀ ਵਾਪਸ ਕਣਕ ਅਤੇ ਝੋਨੇ 'ਤੇ ਲਿਆਈਏ, ਉਹ ਵੀ ਗੱਲ ਇੱਦਾਂ ਹੀ ਆ ਵੀ ਪਹਿਲਾਂ ਸਰਕਾਰ ਸਟੋਰ ਕਰਦੀ ਸੀ, ਸਰਕਾਰ ਖਰੀਦ ਲੈਂਦੀ ਸੀ, ਸਰਕਾਰ ਦੀ ਇੱਕ ਕੁੰਡਾ ਸੀ ਵੀ ਜਿਹਦੇ 'ਤੇ ਪ੍ਰਾਈਸ ਵੱਧ ਨਹੀਂ ਸੀ ਸਕਦੇ। ਹੁਣ ਤਾਂ ਸਰਕਾਰ ਦਾ ਕੋਈ ਕੁੰਡਾ ਹੀ ਨਹੀਂ, ਕਿਉਂਕਿ ਸਰਕਾਰ ਨੇ ਬਾਈ ਨਹੀਂ ਕਰਨਾ। ਜੇ ਬਾਈ ਨਹੀਂ ਕਰਨਾ, ਜੇ ਬਾਈ ਹੀ ਅਡਾਨੀ ਅੰਬਾਨੀ ਹੋਣਾ ਨੇ ਕਰਨਾ, ਅਤੇ ਪਹਿਲਾਂ ਉਹ ਜਿਹੜੀ ਖਰੀਦ ਹੈ ਉਹ ਘੱਟ ਰੇਟ 'ਤੇ ਕਰਨਗੇ। ਮੁੜ ਕੇ ਉਹਨਾਂ ਕੋਲ ਕਪੈਸਿਟੀ ਹੈਗੀ ਸਟੋਰ ਕਰਨ ਦੀ, ਉਹ ਸਟੋਰ ਜ਼ਿਆਦਾ ਦੇਰ ਲਈ ਕਰ ਸਕਦੇ ਆ। ਮਾਰਕੀਟ 'ਚੋਂ ਜਿੰਨਾ ਅਨਾਜ ਹੋਊਗਾ ਉੱਡ ਜੂਗਾ, ਤੁਸੀਂ ਮੈਂ ਸਾਰੇ ਜਣੇ ਖਾ ਲਾਂਗੇ। ਫਿਰ ਉਹ ਹੌਲੀ ਹੌਲੀ ਬੂੰਦ ਸਾਨੂੰ ਦੇਣਗੇ, ਜਿਹੜੇ ਭਾਅ ਦੇਣਗੇ ਵੀਰੇ ਉਹ ਖਰੀਦਣਾ ਹੀ ਪਊਗਾ। ਇਹ ਤਾਂ ਹੋਈ ਜਿਹੜਾ ਇੱਕ ਸ਼ਹਿਰੀ ਸੈਕਟਰ ਦੀ ਗੱਲ। ਜਿਹੜੀ ਇਸ ਤੋਂ ਵੀ ਖਤਰਨਾਕ ਗੱਲ ਹੈ ਉਹ ਇਹ ਹੈ, ਜਦੋਂ ਰਿਲਾਇੰਸ ਦੇ ਬਰਾਬਰ ਇੱਕ ਕਰਿਆਨੇ ਵਾਲੀ ਦੀ ਦੁਕਾਨ ਹੈ, ਕੀ ਉਹ ਰਿਲਾਇੰਸ ਨਾਲ ਕੰਪੀਟ ਕਰ ਸਕਦਾ? ਕਦੇ ਵੀ ਨਹੀਂ ਕਰ ਸਕਦਾ। ਰਿਲਾਇੰਸ ਨੇ ਜ਼ਿਆਦਾ ਖਰੀਦਣਾ, ਠੀਕ ਹੈ, ਜ਼ਿਆਦਾ ਵੇਚਣਾ, ਉਹਦੀ ਜਿਹੜੀ ਪ੍ਰਾਈਸਿੰਗ ਹੈ ਉਹ ਨਾਰਮਲ ਵਾਲੇ ਦੇ ਬਰਾਬਰ ਆ ਹੀ ਨਹੀਂ ਸਕਦੀ। ਸੋ ਉਹ ਜਿਹੜਾ ਕਰਿਆਨੇ ਵਾਲਾ ਉਹਦੇ ਬਰਾਬਰ 'ਚ ਹੈ, ਉਹ ਮਰਿਆ ਹੀ ਮਰਿਆ। ਜਿੱਦਾਂ ਸਾਡੇ ਕੋਲ ਲਾਈਵ ਐਗਜ਼ਾਮਪਲ ਹੈ, ਅੱਜ ਲੁਧਿਆਣੇ ਦੀ ਜੇ ਲਾਈਵ ਐਗਜ਼ਾਮਪਲ ਦੀ ਗੱਲ ਕਰੀਏ, ਮੌਲਾਂ ਦੇ ਵਿੱਚੋਂ ਜਿਹੜਾ ਸਮਾਨ ਹੈ ਉਹ ਜ਼ਿਆਦਾ ਦੇਰ ਵਿਕਦਾ, ਅਤੇ ਜਿਹੜਾ ਫੜੀਆਂ ਫੁੜੀਆਂ ਤੋਂ ਘੱਟ ਵਿਕਦਾ। ਉਹਦਾ ਰੀਜ਼ਨ ਕੀ ਹੈ? ਇਹੀ ਰੀਜ਼ਨ। ਸੋ ਇਸ ਕਰਕੇ ਸਾਰੇ ਦੇ ਸਾਰੇ ਸ਼ਹਿਰੀਆਂ ਨੂੰ ਬਾਹਰ ਆਉਣਾ ਹੀ ਪਊਗਾ। ਉਹਨਾਂ ਨੂੰ ਸਮਝਣਾ ਪਊਗਾ ਵੀ ਇਹ ਸਿਰਫ ਜਿਹੜਾ ਬਿੱਲ ਹੈ ਉਹ ਕਿਸਾਨਾਂ ਦੇ ਲਈ ਨਹੀਂ, ਸਾਰੇ ਸ਼ਹਿਰੀਆਂ ਲਈ ਹੈ। ਕਿਸਾਨ ਜਥੇਬੰਦੀਆਂ ਨੂੰ ਨਿਯੋਤਾ ਦਿੱਤਾ ਗਿਆ, ਸੈਂਟਰ ਵੱਲੋਂ ਨਿਯੋਤਾ ਦਿੱਤਾ ਗਿਆ, ਉੱਥੇ ਗਏ, ਪਰ ਉਹਨਾਂ ਨੂੰ ਕੋਈ ਵੀ ਮੰਤਰੀ ਨਹੀਂ ਮਿਲਿਆ, ਕੋਈ ਗੱਲਬਾਤ ਨਹੀਂ ਹੋਈ, ਧਰਨੇ ਲਾਉਂਦੇ ਬਾਹਰ ਆ ਗਏ। ਤੁਸੀਂ ਇਸ 'ਤੇ ਕੀ ਕਹੋਗੇ? ਬਿਲਕੁਲ ਸਹੀ ਕੀਤਾ। ਮੈਨੂੰ ਲੱਗਦਾ ਕਿ ਗੱਲ ਬਾਰ-ਬਾਰ ਜਿਹੜੀ ਨਾ ਇੱਕ ਵਰਡ ਵਰਤਿਆ ਜਾ ਰਿਹਾ ਕਿ ਇਹ ਲੜਾਈ ਇਕੱਲੀ MSP ਦੀ ਨਹੀਂ ਹੈ, ਲੜਾਈ ਵਜੂਦ ਦੀ ਹੈ।
ਤੇ ਇਹ ਗੱਲ ਬਿਲਕੁਲ ਸੱਚ ਹੈ। ਇਹ ਲੜਾਈ ਵਜੂਦ ਦੀ ਇਸ ਲਈ ਹੈ ਕਿ ਹੁਣ ਇਸ ਵਾਰੀ ਨਾ ਪੰਜਾਬੀਆਂ ਦੀ ਅਣਖ ਦਾ ਇੱਕ ਵਾਰੀ ਜਜਮੈਂਟ ਕੀਤੀ ਜਾ ਰਹੀ ਹੈ। ਐਤਕੀ ਦੇਖਿਆ ਜਾ ਰਿਹਾ ਕਿ ਅਸੀਂ ਤਾਂ ਜੀ ਤੁਹਾਡੇ ਤੇ ਆਹੀ ਹਮਲੇ ਕਰਾਂਗੇ, ਅਸੀਂ ਤਾਂ ਜੀ ਤੁਹਾਡੀ ਪਹਿਲਾਂ ਆਰਥਿਕਤਾ ਫੜਾਂਗੇ, ਫਿਰ ਤੁਹਾਡੀ ਭਾਸ਼ਾ ਫੜਾਂਗੇ, ਫਿਰ ਤੁਹਾਡੀ ਖੇਤੀ ਫੜਾਂਗੇ, ਫਿਰ ਤੁਹਾਡੇ ਹਮਲੇ ਕਰਾਵਾਂਗੇ, ਤੁਹਾਡੇ ਧਰਮਾਂ ਤੇ ਹਮਲੇ ਕਰਾਵਾਂਗੇ, ਸਭ ਕੁਝ ਕਰਾਂਗੇ, ਤੁਸੀਂ ਕਦ ਤੱਕ ਚੁੱਪ ਬੈਠੇ ਹੋ। ਇਸ ਬਾਰ-ਬਾਰ ਸਾਡੇ ਤੇ ਸਵਾਲ ਹੋ ਰਿਹਾ ਤੇ ਐਤਕੀ ਪੰਜਾਬੀਆਂ ਕੋਲ ਖਾਸ ਤੌਰ ਤੇ ਪੰਜਾਬ ਦੀ ਮੈਂ ਇਸ ਲਈ ਗੱਲ ਕਰ ਰਿਹਾ ਕਿਉਂਕਿ ਪੰਜਾਬ ਤੇ ਲਗਾਤਾਰ ਸਲੋ ਕੀਤੇ ਜਾ ਰਹੇ ਸੀ। ਸਾਨੂੰ ਕਿਤੇ ਨਾ ਕਿਤੇ ਅਸੀਂ ਉਹਨੂੰ ਵੱਡਾ ਸਮਝਦੇ ਨਹੀਂ ਸੀ। ਅਸੀਂ ਪਿਛਲੇ 10 15 20 ਸਾਲਾਂ ਦੀ ਦੇਖੀਏ ਤਾਂ ਲਗਾਤਾਰ ਪਹਿਲੇ ਜਦ ਨਸ਼ਿਆਂ ਦੀ ਗੱਲ ਕਰੀਏ, ਬਾਰਡਰ ਸਟੇਟ ਦੇ ਹੋਣ ਦੀ ਗੱਲ ਕਰੀਏ, ਫਿਰ ਇਕਨੋਮੀ ਦੀ ਪੰਜਾਬ ਦੀ ਗੱਲ ਕਰੀਏ, ਕਰਜ਼ੇ 'ਚ ਪੰਜਾਬ ਨੂੰ ਇੰਨਾ ਡੋਬਤਾ, ਫਿਰ ਉਸ ਤੋਂ ਬਾਅਦ ਅਸੀਂ ਦੇਖਿਆ ਗੁਰੂ ਗ੍ਰੰਥ ਸਾਹਿਬ ਜੀ ਤੇ ਬੇਅਦਬੀਆਂ ਦੇ ਮਾਮਲੇ ਸਾਹਮਣੇ ਆਏ, ਲਗਾਤਾਰ ਪੰਜਾਬ ਤੇ ਫਿਰ ਹੁਣ ਭਾਸ਼ਾ ਦਾ ਅਸੀਂ ਦੇਖਿਆ ਵਾਰੀ ਕਰਕੇ ਹੌਲੀ ਕਰਕੇ ਹਮਲੇ ਕੀਤੇ ਜਾ ਰਹੇ ਸੀ। ਤੇ ਬੜੇ ਸਮੇਂ ਬਾਅਦ ਹੁੰਦਾ ਕਿ ਜਵਾਨੀ ਪੰਜਾਬ ਦੀ, ਕਿਸਾਨੀ ਪੰਜਾਬ ਦੀ ਬੜੇ ਦਹਾਕਿਆਂ ਦੇ ਬਾਅਦ ਇੱਦਾਂ ਜਾਗੀ ਹੈ ਤੇ ਹੁਣ ਅਣਖ ਜਾਗੀ ਹੈ। ਤੇ ਹੁਣ ਜੇ ਕੱਲ੍ਹ ਉੱਧਰੋਂ ਮੀਟਿੰਗ 'ਚੋਂ ਉੱਠ ਕੇ ਆਏ, ਉਹ ਬੜਾ ਸਹੀ ਫੈਸਲਾ ਸੀ। ਤੁਸੀਂ ਪੰਜਾਬ ਦੀ ਮੈਂ ਕਹਿੰਦਾ ਕਿ ਕਿਤੇ ਨਾ ਕਿਤੇ ਉੱਥੇ ਤੁਸੀਂ ਬੇਇੱਜ਼ਤੀ ਕੀਤੀ ਆ। ਕੱਲ੍ਹ ਮੰਤਰੀ ਨੇ, ਸੈਂਟਰ ਨੇ ਸ਼ਰੇਆਮ ਬੇਇੱਜ਼ਤੀ ਕੀਤੀ ਹੈ ਕਿ ਪਹਿਲਾਂ ਤੁਸੀਂ ਮੀਟਿੰਗ ਤੇ ਸੱਦਦੇ ਹੋ, ਤੁਸੀਂ ਕਿਸਾਨ ਜਥੇਬੰਦੀਆਂ ਨੂੰ ਬੁਲਾਉਂਦੇ ਹੋ, ਤੁਹਾਡੇ ਕੋਲ ਕਿਸਾਨ ਜਥੇਬੰਦੀਆਂ ਦੇ 20 ਤੋਂ ਵੱਧ ਲੀਡਰ ਉੱਥੇ ਪਹੁੰਚਦੇ ਆ ਤੇ ਤੁਹਾਡੇ ਕੋਲ ਮੰਤਰੀ ਕੋਲ ਟਾਈਮ ਹੈ ਨਹੀਂ ਮਿਲਣ ਦਾ। ਕਿੰਨੀ ਕੁ ਵੱਡੀ ਗੱਲ ਹੈ। ਦਿੱਲੀੋਂ ਹੀ ਬੈਠਾ ਮੰਤਰੀ, ਪੰਜਾਬ ਤੋਂ ਕਿਸਾਨ ਵੀ ਜਾ ਸਕਦੇ ਆ, ਬੱਸ ਕਰਕੇ ਇੱਧਰੋਂ ਜਾ ਸਕਦੇ ਆ। ਮੰਤਰੀ ਨੇ ਆਪਣੇ ਘਰੋਂ ਆਉਣਾ, ਕਿਹੜੀ ਗੱਲ ਵੱਡੀ ਕਾਨਫਰੰਸ ਹੈ ਜਿਹੜੀ ਨਹੀਂ ਸੀ ਮਿਲ ਸਕਦਾ। ਸੋ ਬਹੁਤ ਸਹੀ ਕੀਤਾ ਜਿਹੜੇ ਉੱਧਰੋਂ ਬਾਹਰ ਨਿਕਲੇ, ਬਹੁਤ ਸਹੀ ਫੈਸਲਾ ਕੀਤਾ। ਨਹੀਂ ਤਾਂ ਹੁਣ ਤੱਕ ਗੱਲ ਹੁੰਦੀ ਸੀ ਜੀ ਕਿਸਾਨ ਜਥੇਬੰਦੀਆਂ ਜੀ ਚਾਹ ਪੀ ਕੇ ਆ ਜਾਂਦੀਆਂ ਜੀ, ਹਾਰ ਕੇ ਆ ਜਾਂਦੀਆਂ ਜੀ, ਗੱਲ ਮੰਨ ਕੇ ਆ ਜਾਂਦੀਆਂ। ਤਾਂ ਪਹਿਲੀ ਵਾਰੀ ਚੰਗੀ ਚੀਜ਼ ਹੈ, ਸਾਨੂੰ ਸ਼ਲਾਘਾ ਕਰਨੀ ਚਾਹੀਦੀ ਹੈ ਇਸ ਗੱਲ ਦੀ। ਦੂਜੀ ਗੱਲ, ਗੁਰਸਾਹਿਬ ਸਿੰਘ ਜਿਹੜੀ ਗੱਲ ਕਰ ਰਹੇ ਸੀ ਕਿ ਕਿੰਨਾ ਕੁ ਵੱਡਾ ਇੰਪੈਕਟ ਪੰਜਾਬ ਦੇ ਅਰਬਨ 'ਤੇ ਪੈ ਰਿਹਾ, ਵਪਾਰੀਆਂ 'ਤੇ ਪੈ ਰਿਹਾ। ਮੈਂ ਇਹਦੇ ਵਿੱਚ ਇੱਕ ਗੱਲ ਹੋਰ ਵੀ ਐਡ ਕਰਨੀ ਹੈ। ਹੌਲੀ ਜਿਹੜੇ ਹਮਲੇ ਹੋ ਰਹੇ ਹੈ, ਇਹਨੂੰ ਸਾਨੂੰ ਸਮਝਣਾ ਪਏਗਾ ਕਿ ਇਹ ਬੜਾ ਇੱਕ ਨਾ ਸਲੋ ਪ੍ਰੋਸੈਸ ਹੁੰਦਾ ਹੈ। ਤੁਸੀਂ ਦੇਖੋ ਅੱਜ ਤੋਂ ਕੁਛ ਮਹੀਨੇ ਪਹਿਲੇ ਜੀਓ ਆਇਆ, ਕੁਛ ਸਾਲ ਕੁ ਪਹਿਲੇ ਅਸੀਂ ਗੱਲ ਕਰੀਏ ਜੀਓ ਆਇਆ। ਉਸ ਤੋਂ ਪਹਿਲੇ ਐਜੂਕੇਸ਼ਨ ਸੈਕਟਰ 'ਤੇ ਵੀ ਚਲੇ ਜਾਈਏ, ਪਹਿਲਾਂ ਤੁਹਾਨੂੰ ਸਿਰਫ ਸਰਕਾਰੀ ਸਕੂਲ ਦੇਖਣ ਨੂੰ ਮਿਲਦੇ ਸੀ। ਫਿਰ ਜਦ ਪ੍ਰਾਈਵੇਟਾਈਜੇਸ਼ਨ ਹੋਈ ਤਾਂ ਸਰਕਾਰ ਕੀ ਕਰਦੀ ਹੈ, ਪ੍ਰਾਈਵੇਟਾਈਜੇਸ਼ਨ ਨੂੰ ਇੰਨਾ ਵਧਾਵਾ ਦਿੰਦੀ ਹੈ ਕਿ ਸਰਕਾਰੀ ਸੈਕਟਰ 'ਤੇ ਧਿਆਨ ਦੇਣਾ ਘੱਟ ਕਰ ਦਿੰਦੀ ਹੈ। ਸਿਵਲ ਹਸਪੀਟਲ ਹੋਣ, ਗਵਰਨਮੈਂਟ ਸਕੂਲ ਹੋਣ, ਇਹ ਸਾਰੀਆਂ ਚੀਜ਼ਾਂ 'ਤੇ ਤੁਸੀਂ ਦੇਖੋ ਪੈਸਾ ਕਿਉਂ ਨਹੀਂ ਲਾ ਰਹੀਆਂ ਸਰਕਾਰਾਂ, ਕਿਉਂਕਿ ਸਰਕਾਰਾਂ ਨੂੰ ਪਤਾ ਕਿ ਲੋਕ ਪ੍ਰਾਈਵੇਟਸ ਤਾਂ ਚਲੇ ਹੀ ਜਾਣਗੇ। ਉਹੀ ਹਾਲ ਹੈ। ਉਸ ਤੋਂ ਬਾਅਦ ਜੀਓ ਆਇਆ, ਪਹਿਲਾਂ ਤੁਹਾਨੂੰ ਸੋਹਣੀਆਂ ਚੀਜ਼ਾਂ ਦੇ ਕੇ, ਸੋਹਣੀਆਂ ਫ੍ਰੀ 'ਚ ਸਿਮ ਦੇ ਕੇ, ਫ੍ਰੀ ਇੰਟਰਨੈਟ ਦੇ ਕੇ ਆਪਣੇ 'ਤੇ ਮਜਬੂਰ ਕਰ ਦਿੰਦੇ ਆ। ਅੱਜ ਇੰਟਰਨੈਟ ਦੀ ਗੱਲ ਕਰੋ ਤਾਂ ਲੁਧਿਆਣੇ ਵਰਗੇ ਸ਼ਹਿਰਾਂ ਦੇ ਵਿੱਚ ਅੱਜ ਜੀਓ ਫਾਈਬਰ ਵਰਗੇ ਇੰਟਰਨੈਟ ਬੜੇ ਚੱਲ ਰਹੇ ਆ। ਕਿਉਂ? ਬੜੇ ਸਸਤੇ ਮਿਲ ਰਹੇ ਆ। ਕਿਉਂ ਮਿਲ ਰਹੇ ਆ? ਕਿਉਂਕਿ ਉਹ ਨਿਰਭਰ ਕਰਨਾ ਚਾਹੁੰਦੇ ਆ ਸਾਨੂੰ ਇਹਦੇ 'ਤੇ। ਫਿਰ ਕੁਝ ਕੁ ਸਮੇਂ ਬਾਅਦ ਰੇਟ ਵਧਣੇ ਸ਼ੁਰੂ ਹੁੰਦੇ ਆ, ਫਿਰ ਸਾਨੂੰ ਦੇਖਦਾ, ਫਿਰ ਅਸੀਂ ਕਹਿੰਦੇ ਯਾਰ ਤਾਂ ਇੱਕੋ ਦਮ ਰੇਟ ਵਧਾਈ ਜਾਂਦੇ ਆ। ਇੱਦਾਂ ਹੀ ਹੈ, ਜਿਹੜੀ ਵੀ ਕਾਰਪੋਰੇਟ ਅੱਜ ਦੀ ਡੇਟ ਦੇ ਵਿੱਚ ਪੰਜਾਬ ਨੂੰ ਜਾਂ ਇੰਡੀਆ ਨੂੰ ਕੰਟਰੋਲ ਕਰ ਰਹੀ ਸੀ, ਉਹ ਸਾਡੇ ਦੇਸ਼ ਦੇ ਫੈਸਲਿਆਂ ਨੂੰ ਵੀ ਕੰਟਰੋਲ ਕਰ ਰਹੀ ਸੀ। ਪੋਲਿਸੀ ਮੇਕਿੰਗ ਵੀ ਦੇਸ਼ ਦੀ ਜਿਹੜੀ ਹੈ ਉਹ ਕੰਟਰੋਲ ਕੀਤੀ ਜਾ ਰਹੀ ਸੀ। ਤੇ ਹੁਣ ਇੱਕ ਵਾਰ ਫਿਰ ਜਿਹੜਾ ਵੀ ਅੱਜ ਤਾਂ ਸਾਡੀ ਕਿਸਾਨੀ 40 ਤੋਂ 50% ਇਕਨੋਮੀ ਨੂੰ ਇਨਡਾਇਰੈਕਟਲੀ ਕੰਟਰੋਲ ਕਰਦੀ ਹੈ ਪੰਜਾਬ ਦੀ। ਬੜੀ ਸਿੰਪਲ ਜੀ ਗੱਲ ਹੈ, ਭਾਵੇਂ ਅਡਾਨੀ ਹੋਏ, ਭਾਵੇਂ ਅੰਬਾਨੀ ਹੋਏ, ਜਿਹੜਾ ਵੀ ਬੰਦਾ ਅੱਜ ਇਹਨੂੰ ਕੰਟਰੋਲ ਕਰ ਲਏਗਾ ਉਹ ਪੰਜਾਬ ਨੂੰ ਕੰਟਰੋਲ ਕਰੇਗਾ, ਉਹ ਪੰਜਾਬ ਦੀ ਪੋਲਿਸੀ ਮੇਕਿੰਗ ਨੂੰ ਕੰਟਰੋਲ ਕਰੇਗਾ। ਤੇ ਸ਼ਹਿਰੀ ਨੌਜਵਾਨਾਂ ਨੂੰ ਇਹ ਸਮਝਣਾ ਪਏਗਾ ਕਿ ਕੀ ਮੈਂ ਆਪਣੇ ਭਵਿੱਖ ਦਾ ਫੈਸਲਾ ਇੱਕ ਬਿਜ਼ਨਸਮੈਨ ਦੇ ਹੱਥ ਛੱਡਣਾ ਚਾਹੁੰਦਾ, ਕੀ ਮੈਂ ਰਿਸਕ ਲੈ ਸਕਦਾ ਇੰਨਾ ਵੱਡਾ ਕਿ ਮੈਂ ਆਪਣੇ ਭਵਿੱਖ ਦਾ ਫੈਸਲਾ ਇੱਕ ਕਾਰਪੋਰੇਟ ਹਾਊਸ ਜਿਹਨੂੰ ਸਿਰਫ ਪੈਸੇ ਨਾਲ ਮਤਲਬ ਹੈ, ਉਹ ਮੇਰੇ ਭਵਿੱਖ ਦਾ ਫੈਸਲਾ ਕਰੇਗਾ। ਇਹ ਸਵਾਲ ਹੈ ਸਾਰੇ ਸ਼ਹਿਰੀ ਨੌਜਵਾਨਾਂ ਨੂੰ, ਤੇ ਹੁਣ ਉਹਨਾਂ ਨੂੰ ਡਿਸਾਈਡ ਕਰਨਾ ਪਏਗਾ। ਬੀਜੇਪੀ ਦੇ ਮੰਤਰੀ ਤਾਂ ਬਾਰ-ਬਾਰ ਕਹਿ ਰਹੇ ਆ ਬਿੱਲ 'ਚ ਅਡਾਨੀ ਤੇ ਅੰਬਾਨੀ ਦਾ ਅਸੀਂ ਕੋਈ ਨਾਂ ਨਹੀਂ ਲਿਆ। ਇਹ ਜਿਹੜੇ ਓਪੋਜੀਸ਼ਨ ਨੇ ਜਾਣ ਕੇ ਲੋਕਾਂ ਨੂੰ ਵਰਗਲਾ ਰਹੀਆਂ, ਜਾਣ ਕੇ ਸਾਡੇ ਖਿਲਾਫ ਕਰ ਰਹੇ ਆ। ਦੇਖੋ ਬੀਜੇਪੀ ਨੇ ਜਦ ਡੀਲ ਕਰਨੀ ਸੀ ਰਫਾਇਲ ਜੈਟ ਦੀ, ਉਦੋਂ ਕਿਹੜਾ ਨਾਮ ਲਿਆ ਸੀ? ਜਾਂ ਜਦ ਬੀਜੇਪੀ ਨੇ ਜਾਂ ਆਰਐਸਐਸ ਨੇ ਜਾਂ ਐਨਡੀਏ ਨੇ, ਜਿਹਨੂੰ ਇਹਨਾਂ ਦੇ ਜਿਹੜੇ ਵੀ ਨਾਮ ਲੈ ਲਓ ਤੁਸੀਂ, ਜਦ ਇੰਡੀਆ ਦੇ ਵਿੱਚ ਟੈਲੀਫੋਨ ਦਾ ਇੱਕ ਬੂਮ ਆਉਣਾ ਸੀ 5G ਦਾ, ਜਦ 4G ਦਾ, ਤੇ ਉਦੋਂ ਕਿਹੜਾ ਉਹਨਾਂ ਨੇ ਜੀਓ ਦਾ ਨਾਮ ਮੂੰਹੋਂ ਲਿਆ ਸੀ? ਜਿਸ ਦਿਨ ਡੀਮੋਨੇਟਾਈਜੇਸ਼ਨ ਹੋਈ, ਅਗਲੇ ਦਿਨ ਜਿਸ ਦਿਨ ਨੋਟਬੰਦੀ ਹੁੰਦੀ ਹੈ, ਅਗਲੇ ਦਿਨ ਸਵੇਰ ਦੀਆਂ ਅਖਬਾਰਾਂ ਦੀ ਫੁੱਲ ਪੇਜ ਕਵਰੇਜ ਦੀ ਪੇਟੀਐਮ ਦੇ ਉੱਤੇ ਪ੍ਰਧਾਨ ਮੰਤਰੀ ਦੀ ਫੋਟੋ ਲੱਗੀ ਹੋਈ ਆ। ਤੁਸੀਂ ਸੋਚ ਸਕਦੇ ਹੋ ਕਿ ਪ੍ਰਾਈਵੇਟ ਅਦਾਰਿਆਂ ਦਾ ਬ੍ਰਾਂਡ ਅੰਬੈਸਡਰ ਪ੍ਰਧਾਨ ਮੰਤਰੀ ਹੋਣ ਲੱਗ ਗਿਆ ਇਸ ਦੇਸ਼ ਦੇ ਵਿੱਚ। ਅੱਗੇ ਐਕਟਰ ਹੁੰਦੇ ਸੀ, ਸਿੰਗਰ ਹੁੰਦੇ ਸੀ, ਮਾਡਲਸ ਹੁੰਦੇ ਸੀ। ਆ ਪਹਿਲੀ ਵਾਰੀ ਦੇਸ਼ 'ਚ ਦੇਖਿਆ ਕਿ ਪ੍ਰਾਈਵੇਟ ਅਦਾਰਿਆਂ ਦੇ ਉੱਤੇ ਪ੍ਰਧਾਨ ਮੰਤਰੀ ਦੀ ਫੋਟੋ ਲੱਗਣ ਲੱਗ ਗਈ, ਪੇਟੀਐਮ ਦੀ ਫੋਟੋ ਲੱਗੀ। ਹੁਣ ਪ੍ਰਧਾਨ ਮੰਤਰੀ ਨੇ ਮੂੰਹੋਂ ਤਾਂ ਕਿਹਾ ਨਹੀਂ ਕਿ ਪੇਟੀਐਮ ਵਰਤੋ, ਪਰ ਕਹਿਤਾ ਜੀ ਕੈਸ਼ਲੈਸ ਇਕਨੋਮੀ ਕਰੋ। ਸੋਚਣ ਵਾਲੀ ਗੱਲ ਹੈ ਕਿ ਇਹ ਸਾਰੀਆਂ ਗੱਲਾਂ ਕਹਿੰਦੇ ਕੋਈ ਨਹੀਂ ਹੁੰਦੇ। ਕਹਿੰਦੀ ਕਿਹੜੀ ਸਰਕਾਰ ਹੁੰਦੀ ਹੈ?
ਕਿ ਕਿਹਾ ਤਾਂ 1975 ਦੇ ਵਿੱਚ ਇੰਦਰਾ ਗਾਂਧੀ ਨੇ ਵੀ ਨਹੀਂ ਸੀ ਕਿ ਐਮਰਜੈਂਸੀ ਮਾੜੀ ਹੈ। ਉਹਨੇ ਬਹੁਤ ਸਹੀ ਫੈਸਲੇ ਆ ਦੇਸ਼ ਦੀ ਸੁਰੱਖਿਆ ਲਈ ਲਏ ਜਾ ਰਹੇ ਆ। ਇਹੀ ਤੁਹਾਡੇ ਪ੍ਰਧਾਨ ਮੰਤਰੀ ਜੀ ਅੱਜ ਕਹਿਣਗੇ ਜੀ ਆਹ ਤਾਂ ਬਹੁਤ ਸਹੀ ਫੈਸਲੇ ਹੈ, ਇਹ ਤਾਂ ਜੀ ਸਾਰੇ ਕਿਸਾਨ ਦੇ ਹੱਕ 'ਚ। ਅੱਜ ਵੀ ਸਮ੍ਰਿਤੀ ਇਰਾਨੀ ਲੱਗੇ ਹੋਏ ਸੀਗੇ ਲੋਕਾਂ ਨੂੰ ਸਮਝਾਉਣ ਕਿ ਜੀ ਇਹ ਬਹੁਤ ਸਹੀ ਹੈ। ਤਾਂ ਉਹਦਾ ਮਤਲਬ ਕਿੰਨੀ ਮੈਨੂੰ ਲੱਗਦਾ ਕਿ ਕਿੰਨੀ ਅਜੀਬ ਗੱਲ ਹੈ ਕਿ ਤੁਸੀਂ ਇੱਕ ਕਿਸਾਨ ਨੂੰ ਕਹਿ ਰਹੇ ਹੋ ਕਿ ਤੈਨੂੰ ਤੇਰੇ ਕੰਮ ਦਾ ਨਹੀਂ ਪਤਾ, ਮੈਨੂੰ ਜ਼ਿਆਦਾ ਪਤਾ। ਮਤਲਬ ਇੱਕ ਰਿਕਸ਼ੇ ਵਾਲੇ ਨੂੰ ਵੀ ਆਹ ਪਤਾ ਹੁੰਦਾ ਕਿ ਜੇ ਮੈਂ ਇੰਨਾ ਰਿਕਸ਼ਾ ਚਲਾਊਂਗਾ ਇੰਨੀ ਮੈਨੂੰ ਬਚਤ ਹੋਣੀ ਚਾਹੀਦੀ ਹੈ, ਇੰਨਾ ਮੇਰਾ ਖਰਚਾ ਹੈ। ਸਾਨੂੰ ਵੱਧ ਪਤਾ ਕਿ ਉਹਨੂੰ ਵੱਧ ਪਤਾ। ਪ੍ਰਧਾਨ ਮੰਤਰੀ ਨਾ ਐਗਰੀਕਲਚਰ ਇਕਨੋਮਿਸਟ ਹੈ, ਨਾ ਤਾਂ ਸਾਡਾ ਐਗਰੀਕਲਚਰ ਮਿਨਿਸਟਰ ਐਗਰੀਕਲਚਰ ਇਕਨੋਮਿਸਟ ਹੈ, ਨਾ ਤਾਂ ਉਹਨਾਂ ਨੇ ਖੇਤੀ ਕੀਤੀ ਹੈ। ਕਿਸ ਬਿਨਾਂ 'ਤੇ ਉਹ ਕਿਸਾਨ ਨੂੰ ਕਹਿੰਦੇ ਕਿ ਕਿਸਾਨ ਭੋਲਾ। ਇਹਨੂੰ ਤਾਂ ਜੀ ਸਰਕਾਰਾਂ ਪਾਰਟੀਆਂ ਵਰਗਰਾ ਲੈਂਦੀਆਂ। ਕਿਸਾਨ ਨੂੰ ਭੋਲਾ ਸਮਝਣਾ, ਆਮ ਆਦਮੀ ਨੂੰ ਭੋਲਾ ਸਮਝਣਾ, ਆਮ ਨਾਗਰਿਕ ਨੂੰ ਭੋਲਾ ਸਮਝਣਾ ਸਰਕਾਰ ਦੀ ਸਭ ਤੋਂ ਵੱਡੀ ਗਲਤੀ ਹੈ। ਇਹ ਗਲਤੀ ਸਰਕਾਰ ਨੂੰ ਲੈ ਕੇ ਡੁੱਬੇਗੀ। ਗੌਰਵਦੀਪ ਨੇ ਬੇਅਦਬੀ ਦੀ ਗੱਲ ਕੀਤੀ ਆ। ਬਰਗਾੜੀ ਵਿਖੇ ਜਦੋਂ ਬੇਅਦਬੀ ਹੋਈ, ਗਿਆਨੀ ਹਰਪ੍ਰੀਤ ਸਿੰਘ ਜੀ ਦਾ ਬਿਆਨ ਹੈ, ਜਥੇਦਾਰ ਸਾਹਿਬ ਦਾ ਬਿਆਨ ਹੈ ਵੀ ਉਦੋਂ ਵੀ ਜਿਹੜਾ ਹੈ ਕਿਸਾਨ ਅੰਦੋਲਨ ਚੱਲ ਰਿਹਾ ਸੀ ਤੇ ਹੁਣ ਵੀ ਕਿਸਾਨ ਅੰਦੋਲਨ ਚੱਲ ਰਿਹਾ। ਇਹ ਸਵਾਲ ਮੈਂ ਤੁਹਾਡੇ ਤੋਂ ਤਾਂ ਪੁੱਛ ਰਿਹਾ, ਤੁਸੀਂ ਸਿੱਖ ਜਗਤ ਦੇ ਇੱਕ ਵੱਡੇ ਚਿਹਰੇ ਹੋ, ਇੱਕ ਯੂਥ ਹੋ, ਕੀ ਇਹਨਾਂ ਚੀਜ਼ਾਂ 'ਚ ਕੋਈ ਲਿੰਕ ਹੈਗਾ? ਬਿਲਕੁਲ ਹੈਗਾ ਜੀ ਲਿੰਕ। ਜਦੋਂ ਵੀ ਇੱਕ ਮੁੱਦਾ ਹੈ, ਇੱਕ ਮੁੱਦੇ 'ਤੇ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਨਾ ਹੈ, ਸਾਰਾ ਦਾ ਸਾਰਾ ਜਿਹੜਾ ਤੁਹਾਡਾ ਫੋਕਸ ਹੈ ਉਹ ਇੱਕ ਜਗ੍ਹਾ 'ਤੇ ਹੈ। ਜਦੋਂ ਸਾਰੀ ਜਨਤਾ ਇਕੱਠੀ ਹੋ ਜਾਏਗੀ, ਇੱਕ ਜਗ੍ਹਾ 'ਤੇ ਫੋਕਸ ਹੋ ਜਾਏਗਾ, ਤੇ ਫਿਰ ਦਿੱਲੀ ਹਿਲਦੀ ਹੈ। ਇਹ ਦਿੱਲੀ ਨੂੰ ਗੱਲ ਪਤਾ ਹੈ ਤੇ ਇਹ ਲੋਕਾਂ ਨੂੰ ਗੱਲ ਸਮਝਣੀ ਪਏਗੀ। ਉਹਨੂੰ ਸਾਰੇ ਨੂੰ ਟਰੈਕ ਡਾਊਨ ਕਰਨ ਲਈ ਤੁਹਾਨੂੰ ਇੱਕ ਹੋਰ ਮੁੱਦਾ ਦੇ ਦਿੱਤਾ ਜਾਂਦਾ, ਤੇ ਉਹ ਮੁੱਦਾ ਇਦਾਂ ਦਾ ਹੁੰਦਾ ਹੈ ਬਈ ਉਹਦੇ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣੀ, ਕਿਉਂਕਿ ਪਤਾ ਹੈ ਇੱਕ ਉੱਦਾਂ ਦਾ ਮੁੱਦਾ ਵਾ ਜਿਹੜੀ ਸਾਰੀ ਚੀਜ਼ ਨੂੰ ਟਰੈਕ ਡਾਊਨ ਕਰ ਸਕਦਾ। ਲੋਕਾਂ ਦਾ ਸਾਰਾ ਧਿਆਨ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੀ ਫਤਿਹਗੜ੍ਹ ਸਾਹਿਬ ਵਿਖੇ ਨਹੀਂ ਹੋਈ ਸੀ, ਤੇ ਸਾਰਾ ਦਾ ਸਾਰਾ ਜਿਹੜਾ ਧਿਆਨ ਨਾ ਉਹ ਜਿਵੇਂ ਇਦਾਂ ਕਰਕੇ ਕੇਂਦਰਿਤ ਸੀ ਵੀ ਅਸੀਂ ਬਿੱਲਾਂ ਦੇ ਅਗੇਂਸਟ ਆ। ਉਹਨੂੰ ਸਾਰੇ ਨੂੰ ਟਰੈਕ ਡਾਊਨ ਕਰਨ ਲਈ, ਸਾਰਾ ਪਾੜਾ ਪਾਉਣ ਲਈ ਵੀ ਹਾਂਜੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹ ਤਾਂ ਦੂਜੇ ਪਾਸੇ ਉਲਝ ਜਾਣਗੀਆਂ, ਤੇ ਜਿਹੜਾ ਕਿਸਾਨੀ ਵਾਲਾ ਜਿਹੜਾ ਮੁਹਿੰਮ ਹੈ ਉਹਨੂੰ ਟਰੈਕ ਡਾਊਨ ਹੋ ਜਾਊਗਾ। ਇਹ ਕਰਨ ਲਈ ਤਾਂ ਕੁਝ ਵੀ ਕਰਨਗੇ, ਔਰ ਇਸ ਤੋਂ ਬਾਅਦ ਇਹ ਹਜੇ ਖ਼ਤਮ ਨਹੀਂ ਹੋਣ ਵਾਲਾ। ਤੇ ਜੇ ਇਹ ਸਾਰਾ ਕੁਝ ਇਦਾਂ ਹੀ ਚੱਲਦਾ ਰਿਹਾ ਤੇ ਫਿਰ ਹੋਊਗਾ ਪਤਾ ਕੀ, ਇਹ ਹੋਰ ਚੀਜ਼ਾਂ ਅੱਜ ਹੋਰ ਮੁੱਦਾ ਖੜਾ ਕਰ ਦੇਣਗੇ, ਕੱਲ੍ਹ ਨੂੰ ਕੋਈ ਹੋਰ ਮੁੱਦਾ ਖੜਾ ਕਰ ਦੇਣਗੇ, ਕਿਉਂਕਿ ਇਹਨਾਂ ਨੂੰ ਪਤਾ ਵਾ ਜੇ ਸਾਰੇ ਇਕੱਠੇ ਹੋ ਗਏ। ਅੱਜ ਹੁਣ ਤੱਕ ਮੈਨੂੰ ਇੱਕ ਗੱਲ ਦੱਸੋ, ਜਿਸ ਲਈ ਅੱਜ ਆਪਾਂ ਇੱਥੇ ਬੈਠੇ ਹਾਂ ਵੀ 18 ਤਰੀਕ ਦਾ ਧਰਨਾ ਹੈ, ਹੁਣ ਤੱਕ ਕਿਉਂ ਨਹੀਂ ਕੋਈ ਸ਼ਹਿਰੀ ਉੱਠ ਕੇ ਬਾਹਰ ਆਇਆ? ਉਹਦਾ ਇਹੀ ਮਤਲਬ ਆ ਕਿ ਸਮਝਾਇਆ ਗਿਆ ਨਹੀਂ ਇਹਦੇ ਨਾਲ ਤਾਂ ਸਿਰਫ ਕਿਸਾਨਾਂ ਦਾ ਲੈਣਾ ਦੇਣਾ, ਤੁਹਾਡਾ ਲੈਣਾ ਦੇਣਾ ਕੋਈ ਨਹੀਂ ਹੈ। ਕਿਉਂਕਿ ਭਾਊ ਦਿੱਲੀ ਜਾਣਦੀ ਹੈ ਡਿਵਾਈਡ ਐਂਡ ਰੂਲ ਪੋਲਿਸੀ, ਇਹ ਅਸੀਂ ਹੋਣ ਨਹੀਂ ਦੇਣਾ। ਇਸੇ ਕਰਕੇ ਅਸੀਂ ਸਾਰੇ ਦੇ ਸਾਰੇ ਸ਼ਹਿਰੀਆਂ ਨੂੰ ਕਹਿੰਦੇ ਹਾਂ ਵੀ ਜੇ ਉਹ ਇੱਕ ਸਾਈਕਲ ਦਾ ਚੱਕਾ ਹੈ, ਜੇ ਕਿਸਾਨੀ ਸੁਸਾਇਟੀ ਦਾ ਇੱਕ ਸਾਈਕਲ ਦਾ ਚੱਕਾ ਹੈ ਤੇ ਦੂਜੇ ਅਸੀਂ ਵੀ ਹਾਂ, ਦੋਵੇਂ ਪੈਰਲਲ ਚੱਲਣਗੇ ਤਾਂ ਸੁਸਾਇਟੀ ਚੱਲੂਗੀ। ਗੌਰਵਦੀਪ, ਪੰਜਾਬ ਦੀ ਸਰਕਾਰ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਸੀ ਕਿਸਾਨਾਂ ਦੇ ਨਾਲ ਆ, ਇਹ ਬਿੱਲ ਹੈ ਜਿਹੜਾ ਖਿਲਾਫ ਹੈ। ਅਕਾਲੀ ਦਲ ਵੱਲੋਂ ਵੀ ਬਿਆਨ ਆਉਂਦੇ ਆ, ਪਰ ਇਹੋ ਜਿਹੇ ਬਿਆਨ ਵੀ ਨਾਲੋਂ ਨਾਲ ਆ ਜਾਂਦੇ ਆ ਵੀ ਜਿਹੜੇ ਕੋਲਾ ਖਤਮ ਹੋ ਰਿਹਾ, ਪੈਟਰੋਲ ਦੀ ਸ਼ਾਰਟੇਜ ਹੋ ਰਹੀ ਹੈ। ਕੀ ਇਹ ਸੱਚੀਆਂ ਗੱਲਾਂ ਨੇ ਕਿ ਇਹ ਜਾਣ ਕੇ ਅੰਦੋਲਨ ਨੂੰ ਢਾਹ ਲੈਣ ਵਾਸਤੇ ਆ ਰਹੇ ਨੇ? ਦੇਖੋ ਜੀ, ਸੱਚੀਆਂ ਗੱਲਾਂ ਤਾਂ ਕਾਹਦੀਆਂ, ਪਰ ਮੈਂ ਤਾਂ ਇਹ ਸੋਚ ਕੇ ਹੈਰਾਨ ਆ ਕਿ ਸਰਕਾਰਾਂ ਕਿੰਨਾ ਬੇਵਕੂਫ ਸਮਝਦੀਆਂ ਆਮ ਬੰਦੇ ਨੂੰ। ਪਹਿਲੇ ਦਿਨ ਤੋਂ ਦਲੀਲਾਂ ਆਉਣੀਆਂ ਸ਼ੁਰੂ ਹੋ ਗਈਆਂ ਦੂਜੇ ਪਾਸਿਓਂ ਕਿ ਜੀ ਜੇ ਲੋਕਡਾਊਨ ਦੇ ਤਹਿਤ 3 ਮਹੀਨੇ ਜਦ ਬੰਦ ਰਹੀਆਂ ਟ੍ਰੇਨਾਂ, ਮਾਲ ਗੱਡੀਆਂ ਵੀ ਬੰਦ ਰਹੀਆਂ, ਉਦੋਂ ਤੁਹਾਡਾ ਕੋਲਾ ਨਹੀਂ ਮੁੱਕਿਆ, ਅੱਜ ਕਿਵੇਂ ਮੁੱਕ ਗਿਆ? ਨਾਲੇ ਮੈਂ ਤਾਂ ਹੋਰ ਗੱਲ ਸੋਚ ਕੇ ਹੈਰਾਨ ਆ ਵੀ ਪੰਜਾਬ ਐਡਾ ਛੋਟਾ ਰਾਜ ਹੈ ਕਿ 15 ਦਿਨ ਦਾ ਕੋਲਾ ਲੈ ਕੇ ਬੈਠੇ ਸੀ ਅਸੀਂ। ਸਿਰਫ ਸੋਚਣ ਵਾਲੀ ਗੱਲ ਹੈ ਕਿ ਸਾਡੇ ਕੋਲ ਸਿਰਫ 15 ਦਿਨ ਦਾ ਕੋਲਾ ਤੇ 15 ਦਿਨ ਦਾ ਤੇਲ ਸੀ। ਮੰਨ ਲਓ ਅੱਜ ਕੋਈ ਆਪਦਾ ਆ ਜੇ ਦੇਸ਼ 'ਤੇ, ਕੋਈ ਐਮਰਜੈਂਸੀ ਟਾਈਪ ਸਿਚੁਏਸ਼ਨ ਹੋ ਜੇ ਦੇਸ਼ 'ਤੇ, ਰੱਬ ਨਾ ਕਰੇ ਦੇਸ਼ 'ਤੇ ਕੋਈ ਇਹੋ ਜਿਹਾ ਮਾਹੌਲ ਬਣ ਜੇ ਜਿੱਥੇ ਸਭ ਕੁਝ ਬੰਦ ਕਰਨਾ ਪੈ ਜੇ। ਜਦ ਸਭ ਕੁਝ ਬੰਦ ਕਰਨਾ ਪੈ ਜੇ, ਸਾਡੇ ਕੋਲ ਸਿਰਫ 15 ਦਿਨ ਦਾ ਕੋਲਾ ਸਟੇਟ ਨੂੰ ਚਲਾਉਣ ਲਈ। ਇਹ ਸਾਰੀਆਂ ਗੱਲਾਂ ਹੁੰਦੀਆਂ, ਇਹ ਗੱਲਾਂ ਹੁੰਦੀਆਂ ਕਿ ਅੱਜ ਹੌਲੀ ਕਰਕੇ 2 ਟ੍ਰੇਨਾਂ ਵਾੜ ਲਓ, ਕੋਲੇ ਦੀਆਂ ਵਾੜ ਲਓ, ਫਿਰ 2 ਯੂਰੀਆ ਦੇ ਨਾਮ 'ਤੇ ਆ ਲੈ ਆਓ। ਘਬਰਾ ਕੇ ਕਿਸਾਨ ਕਹਿ ਲਓ ਜਾਂ ਪਬਲਿਕ ਪ੍ਰੈਸ਼ਰ ਦੇ ਤਹਿਤ ਆ ਕੇ ਜਾਂ ਚੰਗੇ ਹੋ ਕੇ ਵੀ 2-3 ਟ੍ਰੇਨਾਂ ਜਦ ਆਣ ਦੇਤੀਆਂ, 4-5 ਆਣ ਦੇਤੀਆਂ, ਠੀਕ ਹੈ ਜੀ, ਫਿਰ ਹੌਲੀ ਇਹ ਸ਼ੁਰੂ ਹੋ ਜਾਂਦਾ। ਉਹ ਖਿੜਕੀ ਲੱਭ ਰਹੇ ਹੁੰਦੇ ਆ। ਸਰਕਾਰਾਂ ਹਮੇਸ਼ਾ ਲੂਪ ਹੋਲ ਲੱਭ ਰਹੀਆਂ ਹੁੰਦੀਆਂ ਕਿ ਕਿੱਧਰੋਂ ਵੀਕ ਹੋ ਸਕਦੇ ਆ, ਉੱਧਰੋਂ ਕਰ ਲਓ, ਕਿਉਂਕਿ ਬਰਦਾਸ਼ਤ ਕਿਸੇ ਨੂੰ ਨਹੀਂ ਹੋ ਰਿਹਾ। ਤੁਸੀਂ ਦੇਖੋ ਟੋਲ ਪਲਾਜ਼ਾ ਦਾ 10-15 ਦਿਨ ਬੰਦ ਰਹਿਣਾ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਜੇਬ 'ਤੇ ਘਾਟਾ ਤਾਂ ਹੈਗਾ। ਹੁਣ ਉਹ ਬਰਦਾਸ਼ਤ ਨਹੀਂ ਹੋ ਰਿਹਾ। ਹੁਣ ਕਿਸੇ ਨਾ ਕਿਸੇ ਤਰ੍ਹਾਂ ਹੌਲੀ ਇੱਕ ਵੀਕ ਲਿੰਕ ਲੱਭ ਕੇ ਤੇ ਰੋਕਣਾ, ਉਹ 'ਤੇ ਕੰਮ ਲੱਗੀਆਂ ਹੋਈਆਂ। ਮੈਨੂੰ ਤਾਂ ਇੱਕ ਗੱਲ ਲੱਗਦੀ ਹੈ ਕੁੰਵਰ ਜੀ, ਜਨਤਾ ਹੁਣ ਸਮਝ ਚੁੱਕੀ ਹੈ, ਪੰਜਾਬ ਦੇ ਲੋਕ ਬਹੁਤ ਸੋਹਣੇ ਸਮਝ ਚੁੱਕੇ ਆ। ਪਹਿਲਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਵੀ ਗੱਲ ਕਰ ਲਈ, ਹੁਣ ਅਸੀਂ ਕਾਂਗਰਸ ਦੀ ਵੀ ਗੱਲ ਕਰ ਰਹੇ ਹਾਂ, ਬੀਜੇਪੀ ਦੀ ਵੀ ਗੱਲ ਕਰ ਲਈ। ਸਰਕਾਰਾਂ ਦੀਆਂ ਚਾਲਾਂ ਨੂੰ, ਸਰਕਾਰਾਂ ਦੀਆਂ ਗੱਲਾਂ ਨੂੰ, ਸਰਕਾਰਾਂ ਦੇ ਲਾਰਿਆਂ ਨੂੰ ਜਨਤਾ ਹੁਣ ਸਮਝ ਰਹੀ ਹੈ। ਪਬਲਿਕ ਬਹੁਤ ਸੋਹਣੀ ਤਰ੍ਹਾਂ ਸਮਝ ਰਹੀ ਹੈ ਤੇ ਇਹਨਾਂ ਦਾ ਜਵਾਬ ਪਬਲਿਕ 'ਚ ਦੇਖਣ ਨੂੰ ਮਿਲ ਰਿਹਾ।
ਕਦੇ ਮੰਤਰੀ ਦੇ ਘਰ ਨੂੰ ਘੇਰਿਆ ਜਾ ਰਿਹਾ, ਕਦੇ ਲੰਘਣ ਦਾ ਰਾਹ ਨਹੀਂ ਮਿਲ ਰਿਹਾ, ਤੇ ਸਾਲ ਕਾ ਮੋਰਚਾ ਇਦਾਂ ਹੀ ਚੱਲ ਗਿਆ ਤੇ ਕਿਸੇ ਪੋਲੀਟੀਸ਼ੀਅਨ ਨੂੰ ਲੰਘਣ ਦਾ ਰਾਹ ਨਹੀਂ ਲੱਭਣਾ। 2022 ਦੇਖ ਲਿਓ ਤੁਸੀਂ, ਇਹਨਾਂ ਸਾਰਿਆਂ ਨੂੰ ਸਮਝ ਆ ਜਾਊਗੀ ਕਿ ਪੰਜਾਬ ਦੇ ਹੱਕਾਂ ਲਈ ਨਾ ਖੜਨ ਦੇ ਨਤੀਜੇ ਕੀ ਹੁੰਦੇ ਆ। ਪੰਜਾਬ ਦੇ ਹੱਕਾਂ ਲਈ ਨਾ ਖੜਨ ਦੇ ਨਤੀਜੇ, ਪੰਜਾਬ ਨੂੰ ਦਿੱਲੀ ਦੇ ਹੱਥਾਂ ਦੇ ਵਿੱਚ ਵੇਚ ਕੇ ਆਉਣ ਦੇ ਨਤੀਜੇ ਕੀ ਹੁੰਦੇ ਆ, ਆਉਣ ਵਾਲਾ ਸਾਲ ਨੌਜਵਾਨ ਦੱਸੂਗਾ ਪੰਜਾਬ ਦਾ। ਗੁਰਸਾਹਿਬ ਸਿੰਘ, ਹੁਣ ਅਸੀਂ ਮੁੜ ਧਰਨੇ ਵੱਲ ਆਉਂਦੇ ਹਾਂ। ਦਰਸ਼ਕਾਂ ਨੂੰ ਦੱਸੋ ਵੀ ਧਰਨਾ ਦਾ ਟਾਈਮਿੰਗ ਕੀ ਹੈ, ਕੌਣ ਆ ਰਿਹਾ, ਕਿੱਦਾਂ ਸਾਰਾ ਮੈਨੇਜ ਹੋਏਗਾ, ਧਰਨੇ ਬਾਰੇ ਸਭ ਕੁਝ ਦੱਸੋ। ਦੇਖੋ ਜੀ, ਅਸੀਂ ਜੋ ਪਲਾਨ ਕੀਤਾ ਸੀਗਾ ਡੇ 1 ਤੋਂ ਕਿ ਮੈਂ ਜਿੱਦਣ ਦੇ ਅਸੀਂ ਸਾਰਿਆਂ ਨੇ ਧਰਨੇ ਸ਼ੁਰੂ ਕੀਤੇ ਹਨ, ਅਸੀਂ ਸੋਚਿਆ ਯਾਰ ਸ਼ਹਿਰੀਆਂ ਦਾ ਧਰਨਾ ਕਿਉਂ ਨਹੀਂ ਹੈ ਨਾ। ਫਿਰ ਉਸ ਤੋਂ ਬਾਅਦ ਪਤਾ ਲੱਗਿਆ ਵੀ ਇਹ ਕਿਤੇ ਨਾ ਕਿਤੇ ਸਰਕਾਰਾਂ ਦੀ ਪਾਲਿਸੀਆਂ ਵੀ ਹੋ ਸਕਦੀਆਂ ਵੀ ਜਿੱਥੇ ਜੀ ਸ਼ਹਿਰੀ ਤੇ ਕਿਸਾਨਾਂ ਨੂੰ ਵੱਖ ਕਰਕੇ ਦੇਖ ਲਓ। ਕਿਉਂਕਿ ਇੱਕ ਬਹੁਤ ਵੱਡਾ, ਮੈਂ ਕਹਿ ਸਕਦਾ ਇੱਕ ਪ੍ਰਚਲਿਤ ਗੱਲ ਵੀ ਬੜੀ ਪ੍ਰਚਲਿਤ ਹੈ ਪੰਜਾਬ 'ਚ ਆਮ ਕਰਕੇ, ਯਾਰ ਜਿਹੜੇ ਕਿਸਾਨ ਹੈ ਉਹ ਤਾਂ ਮਾਤੜ ਸਾਥੀ ਹੁੰਦੇ ਹੈ ਨਾ, ਜਾਂ ਜੱਟ ਬੂਟ ਕਹਿਣ ਲੱਗੇ। ਉਹ ਭਾਊ ਜੇ ਉਹ ਪੜ੍ਹੇ ਲਿਖੇ ਨਹੀਂ ਹੁੰਦੇ ਤੇ ਉਗਾਉਂਦੇ ਕਿੱਦਾਂ ਸਬਜ਼ੀਆਂ, ਉਹ ਐਗਰੀਕਲਚਰ ਯੂਨੀਵਰਸਿਟੀਆਂ 'ਚੋਂ ਪੜ੍ਹੇ ਨਹੀਂ। ਦੂਜੀ ਗੱਲ, ਹੁਣ ਜਿਹੜੀ ਗੱਲ ਆਪਾਂ 18 ਤਰੀਕ ਵਾਲੇ ਧਰਨੇ ਦੀ ਕਰ ਰਹੇ ਹਾਂ, ਉਹ ਇਹ ਆ ਵੀ 18 ਤਰੀਕ ਨੂੰ ਜਿਹੜਾ ਧਰਨਾ ਲੱਗਣਾ ਉਹ ਸਵੇਰੇ 10 ਵਜੇ ਸਟਾਰਟ ਹੋਣਾ। 18 ਤਰੀਕ ਐਤਵਾਰ, ਗੁਲਮੋਹਰ ਹੋਟਲ ਦੇ ਬਾਹਰ, ਫਿਰੋਜ਼ਪੁਰ ਰੋਡ ਦੇ ਉੱਪਰ। ਇਹਦੇ ਵਿੱਚ ਇੱਕ ਖਾਸ ਗੱਲ ਕੀ ਹੈ, ਅਸੀਂ ਵੀਰੇ ਕੋਈ ਰੋਡ ਨਹੀਂ ਰੋਕ ਰਹੇ, ਕਿਸੇ ਵੀ ਰੋਡ ਨੂੰ ਅਸੀਂ ਜਾਮ ਨਹੀਂ ਕਰ ਰਹੇ। ਟ੍ਰੈਫਿਕ, ਲੋਕ ਆਊਗੇ, ਟ੍ਰੈਫਿਕ ਜਾਮ ਹੋਊਗਾ, ਉਹਦੇ ਲਈ ਅਸੀਂ ਰਿਸਪੌਂਸਿਬਲ ਨਹੀਂ ਹਾਂ, ਪਰ ਅਸੀਂ ਮਤਲਬ ਮਿੱਥ ਕੇ ਰੋਡ ਨਹੀਂ ਜਾਮ ਕਰ ਰਹੇ, ਕਿਉਂਕਿ ਅਸੀਂ ਇੱਕ ਮੈਸੇਜ ਇਹ ਦੇਣਾ ਚਾਹੁੰਦੇ ਹਾਂ ਵੀ ਭਾਈ ਸਾਨੂੰ ਰੋਸ ਹੈ, ਜਿਹੜੀਆਂ ਤੁਸੀਂ ਪਾਲਿਸੀਆਂ ਲੈ ਕੇ ਆ ਰਹੇ ਹੋ ਅਸੀਂ ਉਹਦੇ ਪ੍ਰਤੀ ਅਵੇਅਰ ਹਾਂ, ਤੇ ਜਿਹੜੇ ਨਹੀਂ ਅਵੇਅਰ ਅਸੀਂ ਉਹਨਾਂ ਨੂੰ ਅਵੇਅਰਨੈਸ ਦੇਣੀ ਚਾਹੁੰਦੇ ਹਾਂ। ਅਸੀਂ ਆਪਦਾ ਪ੍ਰੈਸ਼ਰ ਕ੍ਰੀਏਟ ਸ਼ਹਿਰੀਆਂ ਦੇ ਰੂਪ 'ਚ ਮਤਲਬ ਚੰਗੇ ਢੰਗ ਨਾਲ ਦੇਣਾ ਚਾਹੁੰਦੇ ਹਾਂ। ਇਹਦੇ ਨਾਲ ਕੋਈ ਉਹ ਨਹੀਂ ਹੈ, ਸਾਡਾ ਕੋਈ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ। ਜੇ ਉਹਨਾਂ ਨੇ ਰੇਲਾਂ ਰੋਕੀਆਂ ਜਾਂ ਸੜਕਾਂ ਰੋਕੀਆਂ, ਟੋਲ ਰੋਕੀਆਂ, ਉਹਨਾਂ ਦੇ ਆਪਣੇ ਢੰਗ ਤਰੀਕੇ ਹੈ, ਸਾਡਾ ਆਪਣਾ ਢੰਗ ਤਰੀਕਾ। ਦੂਜੀ ਗੱਲ ਜਿਹੜੀ ਇਸ ਧਰਨੇ ਦੀ ਸਭ ਤੋਂ ਖਾਸ ਗੱਲ ਹੈ ਕਿ ਹੁਣ ਤੱਕ ਕੀ ਹੋ ਰਿਹਾ ਕਿ ਜਿੰਨੇ ਮਰਜ਼ੀ ਧਰਨੇ ਲਾ ਲਓ, ਉੱਥੇ ਲੱਗਦੇ ਨਾਰੇ ਲਾਲਾ 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 ਲਾਲਾ, ਕੋਈ ਪਤੇ ਦੀ ਗੱਲ ਹੁੰਦੀ, ਸਿਰਫ MSP ਦੀ ਗੱਲ ਹੁੰਦੀ ਹੈ। ਕੋਈ 5 ਬੁਲਾਰਿਆਂ 'ਚੋਂ 2 ਬੁਲਾਰੇ ਸਮਝਾ ਕੇ ਜਾਂਦੇ ਆ ਤੇ ਲੋਕਾਂ ਨੂੰ ਜਿੰਨੀ ਕੁ ਗੱਲ ਸਮਝ ਆਉਂਦੀ ਆ ਉਨੀ ਕੁ ਗੱਲ ਨਾਲ ਓਕੇ ਹੋ ਜਾਂਦਾ। ਪਰ ਨਹੀਂ, ਸਾਡਾ ਧਰਨਾ ਬਿਲਕੁਲ ਟੋਟਲ ਡਿਫਰੈਂਟ ਹੈ। ਅਸੀਂ ਸਾਰੇ ਦੇ ਸਾਰੀਆਂ ਜਿਹੜੀਆਂ ਵੀ ਲੌਬੀਜ਼ ਨੇ ਸਾਰਿਆਂ ਨੂੰ ਇਕੁਅਲੀ ਰਿਪਰੈਜ਼ੈਂਟੇਸ਼ਨ ਦਿੱਤੀ ਹੈ। ਜਿਵੇਂ ਦਲਿਤ ਲੌਬੀ 'ਚੋਂ ਵੱਖਰੀ ਰਿਪਰੈਜ਼ੈਂਟੇਸ਼ਨ ਹੈ, ਸਿੱਖਾਂ ਦੀ ਲੌਬੀ 'ਚੋਂ ਵੱਖਰੀ ਰਿਪਰੈਜ਼ੈਂਟੇਸ਼ਨ ਹੈ। ਸਿੱਖਾਂ ਦੇ ਮੰਨ ਲਓ ਹਿਸਟੋਰੀਅਨ ਹੈ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ, ਉਹਨਾਂ ਦਾ ਲੈਕਚਰ ਹੈ। ਉਸ ਤੋਂ ਬਾਅਦ ਸਿੱਖ ਫਿਲੋਸੋਫਰ ਹੈ ਪਰਮਪਾਲ ਸਿੰਘ, ਉਹਨਾਂ ਦਾ ਲੈਕਚਰ ਹੈ। ਸਿੱਖ ਪੋਲੀਟਿਕਸ ਦੇ ਉੱਪਰ ਹੈ ਨਾ ਸੁਖਦੇਵ ਸਿੰਘ ਫਗਵਾੜਾ, ਉਹਦੀ ਆਪਣੀ ਕਮਾਂਡ ਹੈ, ਉਹਨਾਂ ਦਾ ਆਪਣਾ। ਉਸ ਤੋਂ ਬਾਅਦ ਮੁਸਲਮਾਨਾਂ ਦੀ ਲੁਧਿਆਣੇ 'ਚ ਬਹੁਤ ਵੱਡੀ ਇੱਕ ਜਿਹੜੀ ਹੈ ਜਗ੍ਹਾ ਹੈਗੀ ਹੈ, ਔਰ ਉਹ ਹਰ ਮੁੱਦੇ 'ਤੇ ਬੋਲਦੇ ਵੀ ਆ। ਉਹਨਾਂ ਦੇ ਜਿਹੜੇ ਲੀਡਰ ਹੈ ਮੁਹੰਮਦ ਉਸਮਾਨ ਲੁਧਿਆਣਵੀ ਜੀ ਹੈ ਨਾ, ਉਹ ਵੀ ਆ ਰਹੇ ਆ। ਠੀਕ ਹੈ, ਇਸ ਤੋਂ ਬਾਅਦ ਹੁਣ ਸਾਰੇ ਲੋਕ ਕਹਿਣਗੇ ਵੀ ਬਾਕੀਆਂ ਦਾ ਫਿਰ ਬਾਕੀਆਂ ਨੂੰ ਵੀ ਅਸੀਂ ਨਾਲ ਲੈ ਕੇ ਚੱਲੇ ਆ, ਜਿਹੜੀ ਆਰਟਿਸਟ ਲੌਬੀ ਹੈ। ਕਿਉਂਕਿ ਪਹਿਲੀ ਵਾਰ ਹੋਇਆ ਕਿ ਆਰਟਿਸਟ, ਮੈਨੂੰ ਪਰਸਨਲੀ ਐਂ ਲੱਗਦਾ ਜੇ ਆਰਟਿਸਟ ਲੌਬੀ ਧਰਨਿਆਂ 'ਚ ਨਾ ਆਉਂਦੀ ਤਾਂ ਸ਼ਾਇਦ ਯੂਥ ਧਰਨਿਆਂ 'ਚੋਂ ਮਿਸਿੰਗ ਹੁੰਦਾ, ਤੇ ਅਸੀਂ ਉਸ ਗੱਲ ਨੂੰ ਤੋਂ ਮੁਨਕਰ ਨਹੀਂ ਹੋ ਸਕਦੇ। ਸੋ ਆਰਟਿਸਟ ਲੌਬੀ 'ਚੋਂ ਬੀਰ ਸਿੰਘ ਤੇ ਕਨਵਰ ਗਰੇਵਾਲ ਉਹ ਹੈ ਜਿਹੜੇ ਲੁਧਿਆਣੇ ਦੇ ਬਹੁਤ ਫੇਮਸ ਆਰਟਿਸਟ ਹੈ। ਨੂਰ ਚਹਿਲ ਹੈ, ਗੁਰਮਨ ਵਿਰਦੀ ਹੈ, ਇਹ ਵੀ ਆ ਰਹੇ। ਸੋ ਇੱਦਾਂ ਕਰਕੇ ਸਾਡੀ ਇੱਕ ਅਸੀਂ ਸੋਚਿਆ ਵੀ ਇੱਕ ਗੁਲਦਸਤਾ ਜਿਹਾ ਜਿੱਦਾਂ ਬਣਾ ਲਈਏ, ਕਿਉਂਕਿ ਹਰੇਕ ਬੰਦੇ ਨੇ ਵੱਖਰੇ ਵੱਖਰੇ ਪਹਿਲੂ ਦੀ ਗੱਲ ਕਰਨੀ ਹੈ। ਗੌਰਵਦੀਪ ਸਿੰਘ ਹੈ, ਇਹਦੀ ਆਪਣੀ ਯੂਥ ਦੇ ਉੱਪਰ ਕਮਾਂਡ ਹੈ, ਇਹਨੇ ਉਸ ਦਿਨ ਬੋਲਣਾ। ਠੀਕ ਹੈ, ਮੈਂ ਤਾਂ ਕਰਕੇ ਚਾਹੁੰਦਾ ਸੀਗਾ ਵੀ ਹਰ ਬੰਦਾ ਹਰ ਐਂਗਲ ਤੋਂ ਸਮਝਣਾ ਚਾਹੇ, ਕਿਉਂਕਿ ਜਿਹੜੀ ਯੂਥ ਹੈ, ਮੰਨ ਲਓ ਤੁਸੀਂ ਹੋ, ਤੁਸੀਂ ਆਪਦੇ ਹਾਣ ਨੂੰ ਸੁਣੋਗੇ, ਤੁਸੀਂ ਗੌਰਵ ਦੀ ਗੱਲ ਜ਼ਿਆਦਾ ਸੁਣੋਗੇ ਇਨਸਟੈਡ ਆਫ ਕਿ ਕਿਸੇ ਬਜ਼ੁਰਗ ਦੀ ਗੱਲ ਜ਼ਿਆਦਾ ਸੁਣੋਗੇ, ਹੈ ਨਾ। ਸੋ ਇਸ ਧਰਨੇ ਦਾ ਮੋਟਿਵ ਤੇ ਇਸ ਧਰਨੇ ਦੀ ਆਡੀਅנס ਵੀ ਇੱਦਾਂ ਹੀ ਆ। ਅਸੀਂ ਲੋਕਾਂ ਨੂੰ ਕਿਹਾ ਵੀ ਆਪਦੀ ਫੈਮਲੀਆਂ ਨੂੰ ਨਾਲ ਲੈ ਕੇ ਆਓ, ਵੀ ਤੁਸੀਂ ਫੈਮਲੀਆਂ ਸਮੇਤ ਆਓ, ਤਾਂ ਇਹ ਧਰਨਾ ਸ਼ਹਿਰੀ ਧਰਨਾ ਬਣੂਗਾ। ਅਦਰਵਾਈਜ਼ ਬਾਕੀ ਧਰਨਿਆਂ ਤੇ ਲੋਕ ਜਾ ਰਹੇ ਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠੇ ਆ ਜੀ, ਉੱਥੇ ਨਾਰੇ ਲੱਗ ਰਹੇ, ਧਰਨੇ ਮਤਲਬ ਜਕਾਰੇ ਛੱਡੇ ਜਾ ਰਹੇ, ਇੱਦਾਂ ਦਾ ਕੁਛ ਨਹੀਂ ਹੈ। ਬਹੁਤ ਸੂਝਵਾਨ ਜੀ ਗੱਲ ਹੋਊਗੀ। ਜਿਹੜਾ ਬੇਸਿਕ ਕਨਸੈਪਟ ਮੈਂ ਤੁਹਾਨੂੰ ਪਹਿਲਾਂ ਦੱਸਿਆ ਉਹੀ ਪ੍ਰਚਾਰਿਆ ਜਾਊਗਾ ਵੀ ਸਾਨੂੰ ਇਹਦੇ ਫਾਇਦੇ ਤੇ ਨੁਕਸਾਨ ਕੀ ਨੇ ਸ਼ਹਿਰੀ ਹੋਣ ਦੇ ਨਾਤੇ, ਤੇ ਅਸੀਂ ਇਹਦਾ ਜਿਹੜਾ ਨੈਰੇਟਿਵ ਕੀ ਸੈੱਟ ਕਰਨਾ ਵੀ ਅਸੀਂ ਇਹਨੂੰ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਕਿੱਦਾਂ ਭੁਗਤਾਉਣਾ, ਉਹ ਸਾਰੀ ਦੀ ਸਾਰੀ ਜਿਹੜੀ ਵਾਰਤਾਲਾਪ ਹੈ ਉਹ ਉੱਥੇ ਡਿਸਕਸ ਕੀਤੀ ਜਾਊਗੀ। ਤੁਸੀਂ ਗੱਲ ਕਹੀ ਵੀ ਸੜਕ ਨਹੀਂ ਰੋਕੀ ਜਾਵੇਗੀ, ਦੱਸਿਆ ਜਾਵੇਗਾ ਇਹਦੇ ਕੀ ਨੁਕਸਾਨ ਆ, ਪਰ ਸ਼ੰਭੂ ਬਾਰਡਰ ਤੇ ਵੀ ਲਗਾਤਾਰ ਦੀਪ ਸਿੱਧੂ ਵੱਲੋਂ ਇਹੋ ਜਿਹਾ ਹੀ ਧਰਨਾ ਲਾਇਆ ਜਾ ਰਿਹਾ। ਕਾਫੀ ਯੂਥ ਉੱਥੇ ਪਹਿਲਾਂ ਆਇਆ, ਪਰ ਬਾਅਦ 'ਚੋਂ ਕਹਿਣ ਲੱਗ ਗਏ ਵੀ ਅਸੀਂ ਸੜਕ ਰੋਕਾਂਗੇ ਨਹੀਂ ਤਾਂ ਸਰਕਾਰ ਦੇ ਕੰਨਾਂ ਤੇ ਜੂੰ ਕਿੱਦਾਂ ਸਿਰਕੇਗੀ। ਵੀਰੇ ਮੈਂ ਉਹੀ ਗੱਲ ਕਹਿ ਰਿਹਾ ਵੀ ਹਰੇਕ ਬੰਦੇ ਦਾ ਪ੍ਰੋਟੈਸਟ ਕਰਨ ਦਾ ਆਪਣਾ ਵੱਖਰਾ ਤਰੀਕਾ ਹੈ। ਮੈਂ ਉਹ ਗੱਲ ਨਹੀਂ ਕਰ ਰਿਹਾ, ਮੈਂ ਇਹ ਗੱਲ ਕਹਿ ਰਿਹਾ ਹੁਣ ਮੰਨ ਲਓ ਜੇ ਰੇਲਾਂ ਨਹੀਂ ਰੋਕਾਂਗੇ ਤਾਂ ਬਟ ਓਬਵੀਅਸ ਹੈ ਦਿੱਲੀ ਤੇ ਪ੍ਰੈਸ਼ਰ ਨਹੀਂ ਬਣੇਗਾ। ਉਸ ਤੋਂ ਬਾਅਦ ਟੋਲ ਟੈਕਸਾਂ ਦੀ ਗੱਲ ਆਈ, ਜੇ ਟੋਲ ਟੈਕਸ ਨਹੀਂ ਰੋਕਾਂਗੇ, ਹੁਣ ਹਾਂ 2 ਚੀਜ਼ਾਂ ਨੇ। ਟੋਲ ਟੈਕਸ ਦਾ ਦੇਖੋ ਬੈਨੀਫਿਟ ਆਮ ਬੰਦਿਆਂ ਨੂੰ ਹੋਇਆ, ਤੁਸੀਂ ਮੈਂ ਜਦੋਂ ਜਾਂਦੇ ਆ ਕਿੰਨੇ ਖੁਸ਼ ਹੋ ਕੇ ਉੱਥੋਂ ਲੰਘਦੇ ਆ ਵੀ ਯਾਰ ਸਾਨੂੰ ਟੋਲ ਟੈਕਸ ਨਹੀਂ ਦੇਣਾ ਪਿਆ। ਪਰ ਦੂਜੀ ਗੱਲ ਨੁਕਸਾਨ ਕਿਹਨੂੰ ਹੋਇਆ, ਸੈਂਟਰ ਨੂੰ, ਹੈ ਨਾ।
ਇਹ ਚੀਜ਼ਾਂ ਸਾਨੂੰ ਕਰਨੀਆਂ ਪੈਣਗੀਆਂ। ਰਿਲਾਇੰਸ ਦੇ ਪੰਪ ਰੋਕ ਕੇ ਬਿਲਕੁਲ ਠੀਕ ਹੈ, ਰਿਲਾਇੰਸ ਨੂੰ ਨੁਕਸਾਨ ਹੋਇਆ। ਕਈ ਲੋਕ ਕਹਿੰਦੇ ਜੀ ਵੀ ਰਿਲਾਇੰਸ ਦੇ ਪੰਪ ਤਾਂ ਪਹਿਲਾਂ ਵੀ ਇਹ ਸਰਕਾਰ ਤੋਂ ਆਉਣ ਤੋਂ ਪਹਿਲਾਂ ਵੀ 3-3 ਸਾਲ ਬੰਦ ਰਹੇ ਸੀ। ਉਦੋਂ ਬੰਦੇ ਇੰਪਲੋਇਡ ਨਹੀਂ ਸੀ, ਉਦੋਂ ਬਿਜਲੀ ਦੇ ਖਰਚੇ ਨਹੀਂ ਸੀ, ਉਦੋਂ ਸਾਰੇ ਖਰਚੇ ਨਹੀਂ ਸੀ, ਕਿਉਂਕਿ ਉਦੋਂ ਬੰਦ ਪਿਆ ਸੀ ਸਿਸਟਮ। ਹੁਣ ਰਿਲਾਇੰਸ ਤੇਲ ਖਰੀਦ ਰਿਹਾ, ਰਿਫਾਈਨ ਕਰ ਰਿਹਾ ਡੇਲੀ ਦੀ ਡੇਲੀ। ਜਦੋਂ ਕੋਈ ਚੀਜ਼ ਗੱਡੀ ਚੱਲਦੀ ਹੁੰਦੀ ਹੈ ਉਦੋਂ ਵੱਧ ਨੁਕਸਾਨ ਹੁੰਦਾ। ਰਿਲਾਇੰਸ ਦੇ ਸਟੋਰਸ ਨੇ, ਰਿਲਾਇੰਸ ਦਾ ਸਟੋਰ ਬੰਦ ਪਿਆ ਸ਼ਹਿਰੋਂ ਬਾਹਰ, ਕੋਈ ਉਹਨੂੰ ਜਾ ਕੇ ਬੰਦ ਕਰ ਲਓ, ਕੋਈ ਨੁਕਸਾਨ ਨਹੀਂ। ਪਰ ਜਦੋਂ ਉਹਦੇ ਅੰਦਰ ਇੰਪਲੋਈਜ਼ ਹੈ, ਉਹਦਾ ਰੈਂਟ ਹੈ, ਉਹਦੇ ਬਿਜਲੀ ਦੇ ਬਿੱਲ ਹੈ, ਹੁਣ ਬੰਦ ਕਰੋਗੇ ਤਾਂ ਰਿਲਾਇੰਸ ਨੂੰ ਨੁਕਸਾਨ ਹੋਊਗਾ। ਔਰ ਇਹ ਸਾਰੀਆਂ ਚੀਜ਼ਾਂ ਕਰਨੀਆਂ ਲਾਜ਼ਮੀ ਨੇ। ਇਸ ਕਰਕੇ ਹਰ ਧਰਨੇ ਦੀ ਆਪਣੀ ਇੱਕ ਪ੍ਰੋਜੈਕਸ਼ਨ ਹੁੰਦੀ ਹੈ, ਹਰ ਧਰਨੇ ਦਾ ਇੱਕ ਮੋਟਿਵ ਹੁੰਦਾ। ਹੁਣ ਜੋ ਅਸੀਂ ਮੋਟਿਵ ਲੈ ਕੇ ਚੱਲੇ ਹਾਂ ਉਹ ਅਸੀਂ ਬਹੁਤ ਕਲੀਅਰ ਕੱਟ ਹੈ, ਠੀਕ ਹੈ। ਅਸੀਂ ਮੰਨ ਲਓ ਰੋਡਸ ਰੋਕ ਦਿੰਦੇ ਹਾਂ, ਹੁਣ ਸ਼ਹਿਰ ਦੀਆਂ ਅਸੀਂ ਰੋਡਸ ਰੋਕ ਦਿੰਦੇ ਹਾਂ, ਉਹ 'ਚ ਤਾਂ ਸ਼ਹਿਰ ਦੇ ਵਿੱਚ ਆਉਣ ਵਾਲੇ ਬੰਦੇ ਆ, ਕੋਈ ਬਾਹਰੋਂ ਆਉਣ ਵਾਲਾ ਬੰਦਾ ਹੀ ਨਹੀਂ ਹੈਗਾ। ਮੰਨ ਲਓ ਮੋਗੇ ਵਾਲਾ ਬੰਦਾ, ਉਹਨੇ ਲੁਧਿਆਣੇ ਆਉਣਾ, ਜਾਂ ਉੱਥੋਂ ਮਤਲਬ ਮੋਗੇ ਤੋਂ ਕੋਈ ਮਰੀਜ਼ ਆ ਰਿਹਾ, ਉਹਨੇ ਸਿਵਲ ਹਸਪੀਟਲ ਆਉਣਾ, ਭਾਊ ਉਹਦੀ ਰਸਤਾ ਰੋਕ ਕੇ ਅਸੀਂ ਕਰੀਏ ਕੀ? ਰਸਤੇ ਰੋਕਣੇ ਨੈਸ਼ਨਲ ਹਾਈਵੇਜ਼ ਰੋਕੋ, ਜਿੱਥੋਂ ਬਾਹਰੋਂ ਕਿਸੇ ਬੰਦੇ ਨੇ ਆਉਣਾ। ਦਿੱਲੀ ਦੇ ਕੰਨਾਂ ਤੱਕ ਮਤਲਬ ਗੱਲ ਪਹੁੰਚਾਉਣੀ ਜ਼ਰੂਰੀ ਹੈ, ਦਿੱਲੀ ਨੂੰ ਸੇਕਾ ਲਾਉਣਾ ਜ਼ਰੂਰੀ ਹੈ। ਉਹਦੇ ਲਈ ਸ਼ਹਿਰ ਦੀ ਸੜਕ ਰੋਕ ਕੇ ਮੈਨੂੰ ਨਹੀਂ ਲੱਗਦਾ ਪਰਸਨਲ ਕੋਈ ਮੋਟਿਵ ਹੈਗਾ, ਹੈ ਨਾ। ਉਹ ਚੀਜ਼ ਗੌਰਵਦੀਪ, ਤੁਸੀਂ ਯੂਥ ਹਾਈਕਨ ਹੋ, ਇਹਨਾਂ ਧਰਨਿਆਂ 'ਚ ਦੇਖਣ ਨੂੰ ਮਿਲਿਆ ਅੱਗੇ ਕਿਸਾਨਾਂ ਦੇ ਧਰਨੇ ਬੜੇ ਲੱਗੇ, ਬਟ ਬਜ਼ੁਰਗ ਜ਼ਿਆਦਾ ਦੇਖਣ ਨੂੰ ਮਿਲਦੇ ਸੀ। ਹੁਣ ਗੱਲ ਹੈ ਵਾ ਨੌਜਵਾਨ ਜ਼ਿਆਦਾ ਦੇਖਣ ਨੂੰ ਮਿਲ ਰਹੇ। ਤੇ ਆ ਵੀ ਗੱਲ ਹੈ ਕਿ ਲੋਕੀ ਕਹਿੰਦੇ ਆ ਕਿ ਸਿਰਫ ਨੌਜਵਾਨ ਗਾਇਕਾਂ ਕਰਕੇ ਆਇਆ। ਨਹੀਂ ਜੀ, ਇਹ ਨਹੀਂ ਹੈ। ਮੈਂ ਪਹਿਲੀ ਵਾਰੀ ਦੇਖ ਕੇ ਹੈਰਾਨ ਹੋਇਆ ਕਿ ਸ਼ਹਿਰੀ ਨੌਜਵਾਨ ਵੀ ਪਹਿਲੀ ਵਾਰੀ ਜ਼ਿੰਦਗੀ 'ਚ ਮੈਂ ਸ਼ਹਿਰੀ ਹਾਂ, ਮੈਨੂੰ ਕੋਈ ਲੈਣਾ ਦੇਣਾ ਨਹੀਂ ਸੀਗਾ ਡਾਇਰੈਕਟਲੀ, ਜਾਂ ਮੇਰਾ ਇੱਦਾਂ ਦਾ ਐਕਸਪੀਰੀਅੰਸ ਨਹੀਂ ਰਿਹਾ ਖੇਤੀਬਾੜੀ ਦੇ ਨਾਲ ਕਦੇ ਕਿ ਮੈਨੂੰ ਕੋਈ ਨੌਲੇਜ ਹੁੰਦੀ। ਜਿਸ ਦਿਨ ਫਾਰਮਰ ਆਰਡੀਨੈਂਸ ਆਉਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ, ਲੋਕ ਸਭਾ ਦੇ ਵਿੱਚ ਆਉਣ ਤੋਂ ਇੱਕ ਦਿਨ ਪਹਿਲਾਂ ਸ਼ੋਰ ਪੈਣਾ ਸ਼ੁਰੂ ਹੋ ਗਿਆ ਸੀ। ਤੇ ਮੈਨੂੰ ਕਿਸੇ ਨੇ ਇੰਸਟਾਗ੍ਰਾਮ ਤੇ ਕਿਹਾ ਕਿ ਵੀਰੇ ਤੁਸੀਂ ਇਹਦੇ ਬਾਰੇ ਦੱਸੋਗੇ, ਤੁਹਾਨੂੰ ਕੁਝ ਪਤਾ ਹੈ? ਮੈਂ ਕਿਹਾ ਨਹੀਂ ਭੈਣੇ, ਮੈਨੂੰ ਪਤਾ ਨਹੀਂ, ਮੈਨੂੰ ਇੱਕ ਰਾਤ ਪੜ੍ਹਨ ਦਾ ਟਾਈਮ ਦੇ। ਮੈਂ ਅਗਲੇ ਦਿਨ ਪੜ੍ਹ ਕੇ ਉਹ ਪੋਸਟ ਕਰਤੀ। ਉਸ ਤੋਂ ਬਾਅਦ ਮੈਂ ਦੇਖ ਕੇ ਹੈਰਾਨ ਹੋਇਆ ਕਿ ਕਿੰਨੇ ਹੀ ਨੌਜਵਾਨਾਂ ਨੇ ਵੱਖੋ ਵੱਖਰੀ ਜਗ੍ਹਾ 'ਤੇ ਆਪਣੀ ਆਪਣੀ ਜਗ੍ਹਾ 'ਤੇ ਆਪਣੇ ਆਪਣੇ ਲੈਵਲ 'ਤੇ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਪੜ੍ਹਾਈ ਕੀਤੀ। ਤੁਸੀਂ ਦੇਖੋ, ਅੱਜ ਤੱਕ ਤੁਸੀਂ ਅਰਬਨ ਨੌਜਵਾਨਾਂ ਨੂੰ ਦੇਖਿਆ ਸੀ ਕਦੇ ਕਿਸਾਨੀ ਦੀ ਗੱਲ ਕਰਦੇ ਆ, ਕਦੇ ਖੇਤੀ ਦੀ, ਕਦੇ MSP ਵਰਡ ਸੁਣਿਆ ਸੀ ਉਹਨਾਂ ਦੇ ਮੂੰਹੋਂ, ਕਦੇ ਸੁਣਿਆ ਸੀ APMC ਮੰਡੀ ਉਹਨਾਂ ਦੇ ਮੂੰਹੋਂ? ਅੱਜ ਪਹਿਲੀ ਵਾਰੀ ਅਸੀਂ ਸੁਣ ਰਹੇ ਹਾਂ। ਤੇ ਇੱਥੋਂ ਇੱਕ ਬੜਾ ਵੱਡਾ ਸਿੰਬਲ ਹੈ ਕਿ ਇਹ ਸਿਰਫ ਗਾਇਕਾਂ ਕਰਕੇ ਰਸ਼ ਇਕੱਠਾ ਕਰਨ ਨਹੀਂ ਜਾਂਦੇ, ਇਹ ਪੜ੍ਹਦੇ ਹੈ। ਮੈਂ ਤਾਂ ਵੀਡੀਓ ਦੇਖ ਰਿਹਾ ਸੀ ਕੱਲ੍ਹ, 10 ਕੁ ਸਾਲ ਦੇ ਬੱਚੇ ਨਿੱਕੇ ਨਿੱਕੇ ਜੇ, ਤੇ ਉਹ ਫਾਇਦੇ ਨੁਕਸਾਨ ਦੱਸਦੇ ਪਏ ਸੀਗੇ ਬਿੱਲ ਦੇ। ਉਹ ਆਹ ਦੱਸ ਰਹੇ ਸੀ ਕਿ ਆੜ੍ਹਤੀਆਂ ਨੂੰ ਕੀ ਨੁਕਸਾਨ ਹੋਣਾ ਹੈ, ਉਹ ਆਹ ਦੱਸ ਰਹੇ ਸੀ ਕਿ ਜੇ ਆੜ੍ਹਤੀ ਵਿੱਚੋਂ ਚਲੇ ਜਾਂਦੇ ਤਾਂ ਕਿਸਾਨ ਨੂੰ ਕੀ ਨੁਕਸਾਨ ਹੋਣਾ ਹੈ, ਉਹ ਤਾਂ ਇਹ ਦੱਸ ਰਹੇ ਸੀ ਕਿ ਉਹਨਾਂ ਨੂੰ ਪੇਮੈਂਟ ਕਿਵੇਂ ਆਏਗੀ, ਕਿਵੇਂ ਨਹੀਂ ਆਏਗੀ। ਕਿਸਾਨਾਂ ਦੇ 10-10 ਸਾਲ ਦੇ ਬੱਚੇ। ਇਹੀ ਤਾਂ ਮੈਂ ਗੱਲ ਕਹਿ ਰਿਹਾ ਕਿ ਅਸੀਂ ਨਾ ਬੜੇ ਸਾਲ ਇੱਕ ਨੈਰੇਟਿਵ ਬਣਾਇਆ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ 'ਚ ਵੀ, ਫਿਲਮਾਂ ਦੇ ਵਿੱਚ ਵੀ, ਕਿ ਪੰਜਾਬ ਦੀ ਜਵਾਨੀ ਤਾਂ ਜੀ ਸੁੱਤੀ ਹੋਈ ਹੈ, ਪੰਜਾਬ ਦੀ ਕਿਸਾਨੀ ਤਾਂ ਜੀ ਭੋਲੀ ਬੜੀ ਹੈ। ਉਹ ਅਸੀਂ ਤਾਂ ਉਸ ਧਰਤੀ ਦੇ ਵਾਰਸ ਹਾਂ ਜਿਹਨੇ ਸਾਨੂੰ ਸੰਤ ਸਿਪਾਹੀ ਬਣਾਇਆ। ਅਸੀਂ ਤਾਂ ਉਸ ਧਰਤੀ ਦੇ ਵਾਰਸ ਹਾਂ ਜਿੱਥੇ ਸਭ ਤੋਂ ਸੋਹਣਾ ਰਾਜ ਰਿਹਾ। ਅਸੀਂ ਤਾਂ ਉਸ ਧਰਤੀ ਦੇ ਵਾਰਸ ਹਾਂ ਜਿੱਥੇ ਸਟ੍ਰੈਟਜੀ ਅਤੇ ਪਲੈਨਿੰਗ ਤਾਂ ਸਾਨੂੰ ਸਾਡੀ ਜੜ੍ਹਾਂ 'ਚ ਹੈ, ਸਾਡੇ ਖੂਨ 'ਚ ਸਾਨੂੰ ਮਿਲਦੀ ਆ। ਕਿਵੇਂ ਨਹੀਂ ਦਿਮਾਗ ਹੈਗਾ ਪੰਜਾਬੀਆਂ 'ਚ, ਕਿਵੇਂ ਨਹੀਂ ਦਿਮਾਗ ਹੈਗਾ ਪੰਜਾਬ ਦੇ ਨੌਜਵਾਨਾਂ 'ਚ? ਅੱਜ ਪੰਜਾਬ ਦਾ ਨੌਜਵਾਨ ਆ ਰਿਹਾ ਹੈ, ਇਹ ਬੜਾ ਸੋਹਣੇ ਭਵਿੱਖ ਦੀ ਇੱਕ ਆਸ ਵੀ ਹੈ, ਅਤੇ ਬੜੀ ਸੋਹਣੀ ਮੈਂ ਉਮੀਦ ਵੀ ਕਰਦਾ ਕਿ ਇਹਦੀ ਗਿਣਤੀ ਜਿਹੜੀ ਹੈ ਹੋਰ ਵਧੇ। ਕਿਉਂਕਿ ਬੜੀ ਵਾਰੀ ਸਾਨੂੰ ਲੱਗਦਾ ਹੈ ਕਿ ਫੇਸਬੁੱਕ 'ਤੇ ਕਮੈਂਟ ਕਰਕੇ ਅਸੀਂ ਆਪਣਾ ਫਰਜ਼ ਨਿਭਾਤਾ, ਜਾਂ ਸਟੇਟਸ ਪਾ ਕੇ ਆਪਣਾ ਫਰਜ਼ ਨਿਭਾਤਾ, ਜਾਂ ਇੰਸਟਾਗ੍ਰਾਮ 'ਤੇ ਸਟੋਰੀ ਪਾ ਕੇ ਆਪਣਾ ਫਰਜ਼ ਨਿਭਾਤਾ। ਇੱਦਾਂ ਨਹੀਂ ਹੈ। ਉਹ ਵੀ ਇੱਕ ਬਹੁਤ ਜ਼ਰੂਰੀ ਚੀਜ਼ ਹੈ ਅੱਜ ਦੇ ਟਾਈਮ 'ਚ, ਪਰ ਮੋਰਚੇ ਉਦੋਂ ਹੀ ਸਕਸੈਸਫੁਲ ਹੋਣਗੇ, ਮੋਰਚਿਆਂ ਦਾ ਰਿਜ਼ਲਟ ਉਦੋਂ ਨਿਕਲੇਗਾ ਜਦ ਅਸੀਂ ਸੜਕ 'ਤੇ ਆਵਾਂਗੇ। ਸੋ ਔਨ ਗਰਾਊਂਡ ਨੌਜਵਾਨਾਂ ਨੂੰ ਆਉਣਾ ਪਏਗਾ, ਅਤੇ ਸਾਰਿਆਂ ਨੂੰ ਅਪੀਲ ਵੀ ਇਹੀ ਕਰਦਾ ਕਿ 18 ਤਰੀਕ ਨੂੰ ਵੱਧ ਚੜ੍ਹ ਕੇ ਪਹੁੰਚੋ, ਜਿੰਨੇ ਪਹੁੰਚ ਸਕਦੇ ਹੋ। ਅਸੀਂ ਉਡੀਕ ਕਰਾਂਗੇ। ਸ਼ਹਿਰੀਆਂ ਨੂੰ ਤਾਂ ਖਾਸ ਤੌਰ 'ਤੇ ਲੋੜ ਹੁੰਦੀ ਹੈ, ਕਿਉਂਕਿ ਐਕਸਪੈਕਟ ਕੀਤਾ ਜਾਂਦਾ ਹੈ ਕਿ ਜੀ ਇਹ ਪੜ੍ਹੇ ਜ਼ਿਆਦਾ ਹੋਏ ਆ, ਅਤੇ ਜੇ ਪੜ੍ਹਾਈ ਜ਼ਿਆਦਾ ਕੀਤੀ ਹੋਏ ਅਤੇ ਉਸ ਪੜ੍ਹਾਈ ਦੀ ਵਰਤੋਂ ਕਰਕੇ ਆਪਣੇ ਸਮਾਜ ਲਈ ਅੱਗੇ ਨਾ ਆਏ ਅਤੇ ਪੜ੍ਹਾਈ ਕੀਤੀ ਦਾ ਕੀ ਫਾਇਦਾ। ਸੋ ਸਾਰਿਆਂ ਨੂੰ ਬੇਨਤੀ ਵੀ ਇਹੀ ਕਰੂੰਗਾ ਕਿ 18 ਤਰੀਕ ਨੂੰ ਜ਼ਰੂਰ ਪਹੁੰਚਣਗੇ। ਗੁਰਸਾਹਿਬ ਸਿੰਘ, ਬਹੁਤ ਵਧੀਆ ਗੁਰਦੀਪ ਨੇ ਗੱਲ ਕੀਤੀ ਹੈ ਵੀ 10 ਸਾਲ ਦੇ ਬੱਚਿਆਂ ਨੂੰ ਵੀ ਅੱਜ ਪਤਾ ਲੱਗ ਗਿਆ ਵੀ ਇਹਦੇ ਫਾਇਦੇ ਕੀ ਹੈ, ਨੁਕਸਾਨ ਕੀ ਹੈ। ਫਿਰ ਕਿਉਂ ਥੋਪਿਆ ਜਾ ਰਿਹਾ? ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਤਾਂ ਨਹੀਂ ਇਹਦੇ ਪਿੱਛੇ ਹੈ? ਨਹੀਂ, ਮੈਨੂੰ ਨਹੀਂ ਲੱਗਦਾ ਬਈ ਥੋਪਿਆ। ਦੇਖੋ, ਉਹਨਾਂ ਦੀ ਆਪਣੀਆਂ ਪੋਲਿਸੀਜ਼ ਨੇ, ਸੈਂਟਰ ਦੀਆਂ ਹਮੇਸ਼ਾ ਹੀ ਪੋਲਿਸੀਆਂ ਇੱਦਾਂ ਦੀਆਂ ਰਹੀਆਂ ਬਈ ਕੋਈ ਨਾ ਕੋਈ ਕਾਨੂੰਨ ਲੈ ਕੇ ਆ ਜਾਣਾ। ਪੰਜਾਬੀ ਭਾਸ਼ਾ ਦਾ ਕਾਨੂੰਨ ਲੈ ਕੇ ਆ ਗਏ, ਡੀਮੋਨੀਟਾਈਜੇਸ਼ਨ ਲੈ ਕੇ ਆ ਗਏ, ਕਿੰਨਾ ਕੁਛ ਲੈ ਕੇ ਆ ਗਏ। ਉਹ ਮੈਨੂੰ ਇੱਕ ਗੱਲ ਦੱਸੋ ਵੀ ਹੁਣ ਤੱਕ, ਜੇ ਮੈਂ ਗਲਤ ਨਾ ਹੋਵਾਂ, ਤਾਂ ਹੁਣ ਤੱਕ BJP ਨੇ ਆਮ ਲੋਕਾਂ ਦੇ ਫੇਵਰ ਦੀ ਗੱਲ ਹੀ ਕਦੋਂ ਕੀਤੀ ਹੈ? ਕੰਮ ਕਰਨਾ ਤੇ ਦੂਰ ਦੀ ਗੱਲ ਹੈ, ਗੱਲ ਹੀ ਕਦੋਂ ਕੀਤੀ ਹੈ? ਸਾਰੀਆਂ ਚੀਜ਼ਾਂ ਡੇ ਬਾਈ ਡੇ ਅਗੇਂਸਟ। ਤੇ ਹੁਣ ਜੇ ਆਮ ਬੰਦਾ ਹਜੇ ਵੀ ਸੁੱਤਾ ਰਵੇ ਤੇ ਤੁਸੀਂ ਕੀ ਐਕਸਪੈਕਟ ਕਰਦੇ ਹੋ? ਇੰਨੀਆਂ ਮਰੀ ਜ਼ਮੀਰਾਂ ਵਾਲੇ ਪੰਜਾਬੀ ਨਹੀਂ ਜੰਮੇ, ਨਾ ਕਦੇ ਜੰਮਣੇ ਆ। ਸਾਡੀ ਨਾ ਮਤਲਬ ਧੌਣ 'ਚੋਂ ਕਿੱਲਾ ਹੈਗਾ, ਅਸੀਂ ਉਹਦੇ ਨਾਲ ਹੀ ਜੀਣਾ ਤੇ ਉਹਦੇ ਨਾਲ ਹੀ ਮਰਨਾ। ਅਸੀਂ ਸ਼ਹਾਦਤਾਂ ਤੋਂ ਹੀ ਪੈਦਾ ਹੋਏ ਹਾਂ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਨਹੀਂ ਇਹ ਗੱਲ ਕਹਿੰਦਾ ਵੀ ਅੱਜ ਅਸੀਂ ਮਾਹੌਲ ਖ਼ਰਾਬ ਕਰਨ ਦੀ ਸਿਚੁਏਸ਼ਨ 'ਚ, ਅਸੀਂ ਮਾਹੌਲ ਖ਼ਰਾਬ ਕਰਨ ਦੀ ਸਿਚੁਏਸ਼ਨ 'ਚ ਨਹੀਂ ਆ। ਪਰ ਕਲਮ ਦੀ ਲੜਾਈ ਕਲਮ ਨਾਲ,
ਤਲਵਾਰ ਦੀ ਲੜਾਈ ਤਲਵਾਰ ਨਾਲ। ਸਟ੍ਰੈਟੇਜੀਜ਼ ਅਸੀਂ ਵੀ ਬਣਾਉਂਦੇ ਸੀ, ਸਟ੍ਰੈਟੇਜੀਜ਼ ਸਾਡਾ ਇਤਿਹਾਸ ਤੁਸੀਂ ਪੜ੍ਹ ਕੇ ਵੇਖ ਲਓ, ਜਦੋਂ ਗੱਲ ਜ਼ਫਰਨਾਮੇ ਦੀ ਵੀ ਆਉਂਦੀ ਹੈ ਤੇ ਗੱਲ ਜੰਗ ਦੇ ਮੈਦਾਨ ਦੀ ਵੀ ਆਉਂਦੀ ਹੈ, ਸਾਡੇ ਕੋਲ ਸਾਰਾ ਕੁਝ ਹੈਗਾ। ਅਸੀਂ ਦੋਵੇਂ ਚੀਜ਼ਾਂ ਨੂੰ ਪਰਪੱਖ ਹੋ ਕੇ ਅਸੀਂ ਸੋਚ ਸਮਝ ਕੇ ਫੈਸਲੇ ਲੈਣੇ ਚਾਹੁੰਦੇ ਹਾਂ। ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵਾਂ ਵੀ ਹੁਣ ਤੱਕ ਜੇ ਇਹ ਇੰਨਾ ਹੀ ਸਾਡੇ 'ਤੇ ਇਲਜ਼ਾਮ ਲਾਉਂਦੇ ਤੇ ਮੈਨੂੰ ਦੱਸੋ ਹੁਣ ਤੱਕ ਇੱਕ ਵੀ, ਜਿਸ ਦਿਨ ਤੋਂ ਧਰਨਾ ਲੱਗਿਆ, ਇੱਕ ਵੀ ਜਗ੍ਹਾ ਕੋਈ ਵਾਇਲੈਂਸ ਦਾ ਤੁਹਾਨੂੰ ਮੈਸੇਜ ਆਇਆ? ਤੁਸੀਂ ਤੇ ਮੀਡੀਆ 'ਚੋਂ ਕੋਈ ਨੈਸ਼ਨਲ ਮੀਡੀਆ ਦਿਖਾ ਦਿਓ। ਤੁਸੀਂ ਤਾਂ ਫਿਰ ਕਹਿੰਦੇ ਹੋ, ਹੁਣ ਤੇ ਮੀਡੀਆ ਨੂੰ ਵੀ ਕਹਿਣ ਲੱਗੇ ਨਾ ਵੀ ਪੰਜਾਬ ਦਾ ਮੀਡੀਆ ਪੰਜਾਬ 'ਚ ਹੀ ਦਿਖਾਉਂਦਾ। ਨੈਸ਼ਨਲ ਮੀਡੀਆ 'ਤੇ ਕੋਈ ਖਬਰ ਦਿਖਾ ਦਿਓ ਵੀ ਜਿੱਥੇ ਕਹਿਣ ਵੀ ਹਾਂ ਵੀ ਪੰਜਾਬ ਦੇ ਧਰਨੇ 'ਚ ਵੀ ਇੱਕ ਜਗ੍ਹਾ ਵੀ ਕੋਈ ਰੌਲਾ ਰੱਪਾ ਪਿਆ ਹੋਵੇ, ਲੜਾਈ ਹੋਵੇ। ਹਾਂ, ਤੇ ਫਿਰ ਜੇ ਅਸੀਂ ਇੰਨਾ ਸਹਿਣ ਕਰ ਰਹੇ ਹਾਂ, ਇਹਦਾ ਮਤਲਬ ਇਹ ਨਹੀਂ ਆ ਵੀ ਸਾਡੇ ਕੋਲ ਦਿਮਾਗ ਨਹੀਂ ਹੈ। ਸਾਨੂੰ ਦਿਮਾਗ ਹੈਗਾ ਸਾਡੇ ਕੋਲੇ, ਤੇ ਸਾਨੂੰ ਪਤਾ ਕਦੋਂ ਕਿਹੜੀ ਡਾਇਰੈਕਸ਼ਨ 'ਚ ਜਾਣਾ ਹੈ। ਸੋ ਇਹ ਯੂਥ ਨੂੰ ਵੀ ਬੇਨਤੀ ਹੈ, ਸਾਰੇ ਵੱਡਿਆਂ ਨੂੰ ਵੀ ਬੇਨਤੀ ਹੈ, ਜਿਹੜੀ ਗੱਲ ਬਾਰ-ਬਾਰ ਕਹੀ ਜਾਂਦੀ ਹੈ ਨਾ ਕਿ ਵੱਡਿਆਂ ਕੋਲੇ ਦਿਮਾਗ ਹੈ ਤੇ ਯੂਥ ਕੋਲੇ ਜੋਸ਼ ਹੈ, ਇਹ ਦੋਵਾਂ ਦਾ ਸੁਮੇਲ ਹੋ ਕੇ ਹੀ ਕੋਈ ਰਿਜ਼ਲਟ ਨਿਕਲਣਾ। ਜੋਸ਼ ਪਲੱਸ ਜਿਹੜੀ ਉਹਨਾਂ ਕੋਲ ਐਕਸਪੀਰੀਅੰਸ ਹੈ, ਇਹ ਦੋਵੇਂ ਜਦੋਂ ਮਿਲ ਕੇ ਬੈਠਣਗੇ, ਹੈ ਨਾ। ਹੁਣ ਮੰਨ ਲਓ ਅਸੀਂ ਲੁਧਿਆਣੇ ਦਾ ਜਿਵੇਂ ਧਰਨਾ ਪਲਾਨ ਕੀਤਾ, ਇਹਦੇ ਵਿੱਚ ਸਭ ਤੋਂ ਬੈਟਰ ਗੱਲ ਕੀ ਹੈ ਕਿ ਜਿਹੜੀ ਲੌਬੀ ਸਾਨੂੰ ਸੇਧ ਦੇਣ ਵਾਲੀ ਆ, ਅਸੀਂ ਉਹਨਾਂ ਨੂੰ ਬੁਲਾਇਆ ਵੀ ਭਾਈ ਤੁਸੀਂ ਦੱਸੋ, ਸਾਨੂੰ ਨਹੀਂ ਪਤਾ, ਅਸੀਂ ਤਾਂ ਆਪਣੇ ਜੋਗਾ ਜਿੰਨਾ ਕੁ ਪੜ੍ਹ ਲਵਾਂਗੇ, ਪੜ੍ਹ ਕੇ ਤਾਂ ਅਸੀਂ ਸਮਝ ਲਵਾਂਗੇ, ਪਰ ਐਕਸਪੀਰੀਅੰਸ ਕਿੱਥੋਂ ਆ? ਜਿਨ੍ਹਾਂ ਨੇ ਸਾਰੀਆਂ ਚੀਜ਼ਾਂ ਹੰਢਾਈਆਂ ਨੇ, ਹੁਣ ਉਹ ਚੀਜ਼ਾਂ ਸਾਨੂੰ ਸਮਝਾਉਣਗੇ ਭਾਈ ਇੱਦਾਂ ਜਾਣਾ ਹੈ, ਇਸ ਡਾਇਰੈਕਸ਼ਨ 'ਚ ਜਾਣਾ, ਉਸ ਡਾਇਰੈਕਸ਼ਨ 'ਚ ਅਸੀਂ ਜਾਵਾਂਗੇ। ਪਰ ਹੁਣ ਤੱਕ ਕਿਤੇ ਵੀ ਵਾਇਲੈਂਸ ਦੀ ਗੱਲ ਨਹੀਂ ਹੋਈ। ਜਾਣ ਕੇ ਸਰਕਾਰਾਂ ਕਰਾ ਦੇਣ ਤੇ ਵੱਖਰੀ ਗੱਲ, ਹੁਣ ਤੱਕ ਨਹੀਂ ਹੋਈ ਤੇ ਅਸੀਂ ਆਸਵੰਦ ਵੀ ਹਾਂ। ਤੇ ਮੈਂ ਪੂਰ ਜ਼ੋਰ ਕੇ ਮਤਲਬ ਅਪੀਲ ਵੀ ਇਹ ਗੱਲ ਕਰਦਾ ਵੀ ਸਾਨੂੰ ਵਾਇਲੈਂਸ ਦਾ ਕੋਈ ਰਿਜ਼ਲਟ ਨਹੀਂ ਮਿਲਣਾ। ਸਾਡੇ ਕੋਲੇ ਹੁਣ ਜੇ ਕਲਮ ਦੀ ਤਾਕਤ ਹੈਗੀ ਹੈ ਤਾਂ ਉਹਦੇ ਨਾਲ ਹੀ ਅਸੀਂ ਆਪਦਾ ਰਿਜ਼ਲਟ ਲੈਣਾ। ਅੰਤ ਵਿੱਚ ਧਰਨੇ ਬਾਰੇ ਯੂਥ ਨੂੰ ਤੇ ਜਿਹੜੇ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਮੈਸੇਜ ਦਿਓ। ਸਿਰਫ ਇੰਨਾ ਕੁ ਮੈਸੇਜ ਦੇਣਾ ਚਾਹੂੰਗਾ, ਸਪੈਸ਼ਲੀ ਸਾਰਿਆਂ ਨੂੰ, ਵਿਊਅਰਸ ਨੂੰ, ਕਿ ਯਾਰ ਸ਼ਹਿਰੀਆਂ 'ਤੇ ਨਾ ਇੱਕ ਬਹੁਤ ਵੱਡਾ ਇਲਜ਼ਾਮ ਲੱਗਦਾ ਹੈ ਕਿ ਸਾਰੇ ਦੇ ਸਾਰੇ ਘਰਾਂ 'ਚ ਵੜ ਕੇ ਬੈਠੇ ਹੁੰਦੇ ਕਿਉਂਕਿ ਬਹੁਤ ਜ਼ਿਆਦਾ ਪੜ੍ਹੇ ਲਿਖੇ। ਉਹ ਯਾਰ ਪੜ੍ਹਿਆ ਲਿਖਿਆ ਹੋਣਾ ਆਲਸੀ ਹੋਣਾ ਨਹੀਂ ਹੁੰਦਾ। ਪੜ੍ਹਿਆ ਲਿਖਿਆ ਹੋਣਾ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਸਿਰਫ ਮੈਂ ਫੇਸਬੁੱਕ 'ਤੇ ਇੱਕ ਸਟੇਟਸ ਪਾਤਾ ਤੇ ਮੇਰੀ ਡਿਊਟੀ ਖਤਮ। ਉਹ ਆ ਕੇ ਲੋਕਾਂ ਨੂੰ ਸਮਝਾਓ, ਤੇ ਜੇ ਨਹੀਂ ਸਮਝੇ ਹੈ ਨਾ, ਤੇ ਫਿਰ ਜਿਹੜਾ ਧਰਨਾ ਅਸੀਂ ਲਾ ਰਹੇ ਹਾਂ ਉੱਥੇ ਆ ਕੇ ਸਮਝ ਲਓ, ਕਿਉਂਕਿ ਗੱਲ ਨੂੰ ਤੁਸੀਂ ਸ਼ੇਅਰ ਤਾਂ ਕਰੋਗੇ ਨਾ, ਤੇ ਸ਼ੇਅਰ ਕਰਕੇ ਰਾਈਟ ਡਾਇਰੈਕਸ਼ਨ 'ਚ ਲੈ ਕੇ ਜਾਓਗੇ। ਮੈਂ ਫੋਰ ਐਗਜ਼ਾਮਪਲ ਇੱਕ ਛੋਟੀ ਜਿਹੀ ਗੱਲ ਸਮਝਾਉਣਾ। ਮੰਨ ਲਓ ਤੁਸੀਂ ਮੀਡੀਆ ਵਾਲੇ ਹੋ, ਹੈ ਨਾ, ਤੁਸੀਂ ਹੁਣ ਕਹੋ ਵੀ ਯਾਰ ਵੀ ਮੈਂ ਮੀਡੀਆ 'ਚ ਕੰਮ ਨਹੀਂ ਕਰਨਾ, ਹੈ ਨਾ, ਤੇ ਮੈਂ ਇੱਕ ਕਿਤਾਬ ਲਿਖ ਦਿੰਦਾ ਇਹ ਸਾਰੇ ਧਰਨਿਆਂ ਦੇ ਉੱਪਰ, ਠੀਕ ਹੈ। ਕਿਤਾਬ ਕਦੋਂ ਪਬਲਿਸ਼ ਕਰੂੰਗਾ? 5 ਸਾਲ ਬਾਅਦ, ਕਿਉਂਕਿ ਮੈਂ ਤਾਂ ਬਹੁਤ ਪੜ੍ਹਿਆ ਲਿਖਿਆ। ਕੀ ਉਹਦਾ ਵੀ ਕੋਈ ਫਾਇਦਾ ਹੋਊਗਾ? ਨਹੀਂ ਨਾ। ਇਹੀ ਗੱਲ ਮੈਂ ਸ਼ਹਿਰੀਆਂ ਨੂੰ ਸਮਝਾਉਣਾ ਚਾਹੁੰਦਾ, ਜਿਹੜਾ ਤੁਹਾਡੇ 'ਤੇ ਇੱਕ ਟੈਗ ਲੱਗਿਆ ਨਾ ਵੀ ਤੁਸੀਂ ਚਾਹੁੰਦੇ ਹੋ ਕਿ ਬਈ, ਕਿਉਂਕਿ ਹਮੇਸ਼ਾ ਹੀ ਇੱਦਾਂ ਹੁੰਦਾ ਬਈ ਕੋਈ ਧਰਨਿਆਂ ਦੀ ਗੱਲ ਆ ਜੇ, ਕੋਈ ਰੈਲੀਆਂ ਦੀ ਗੱਲ ਆ ਜੇ, ਸਾਰੇ ਕਿਤੇ ਗੱਲ ਕੀ ਚੱਲਦੀ ਹੈ ਯਾਰ ਪਿੰਡਾਂ ਵਾਲੇ ਕਰਦੇ ਆ। ਕਿਉਂ ਭਾਈ? ਤੁਸੀਂ ਕਿਉਂ ਨਹੀਂ ਕਰ ਸਕਦੇ? ਤੁਹਾਨੂੰ ਕੀ ਮੌਤ ਪਈ ਹੈ? ਤੁਹਾਡੇ ਲਈ ਨੁਕਸਾਨਦਾਇਕ ਨਹੀਂ ਹੈ? ਹੁਣ ਤੇ ਪਤਾ ਵੀ ਲੱਗ ਗਿਆ ਨਾ ਤੁਹਾਡੇ ਲਈ ਨੁਕਸਾਨਦਾਇਕ ਹੈ, ਤੇ ਆਓ ਸੜਕਾਂ 'ਤੇ ਨਿਕਲੋ। ਸੜਕਾਂ 'ਤੇ ਨਿਕਲੋ ਦਾ ਮਤਲਬ ਇਹੀ ਹੈ ਕਿ ਸਰਕਾਰ ਦਿੱਲੀ ਤੱਕ ਸੇਕਾ ਪਹੁੰਚਾਉਣਾ, ਕਿਉਂਕਿ ਜਿਹਨੇ ਇਹ ਬਿੱਲ ਲਿਆਂਦਾ ਉਹਨੂੰ ਕੁਛ ਨਾ ਕੁਛ ਅਹਿਸਾਸ ਤੇ ਦਿਵਾਉਣਾ ਪਊਗਾ ਨਾ ਭਾਈ ਅਸੀਂ ਤੇਰੇ ਝੋਲੀ ਚੁੱਕ ਨਹੀਂ ਆ, ਅਸੀਂ ਉਹ ਪੰਜਾਬੀ ਕੌਮ ਆ ਜਿਹੜੀ ਸਿਰ ਚੱਕ ਕੇ ਜੀਣਾ ਚਾਹੁੰਦੀ ਹੈ, ਅਸੀਂ ਇੱਦਾਂ ਹੀ ਜੀਵਾਂਗੇ। ਸੋ ਸਾਰਿਆਂ ਨੂੰ ਬੇਨਤੀ ਆ ਭਾਈ 18 ਨੂੰ ਹੁਮ ਕੇ ਪਹੁੰਚੋ। ਤੇ ਇਹਦੇ 'ਚ ਪਲੀਜ਼ ਇਹ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੈ, ਤੇ ਮੈਂ ਇਨਵਾਈਟ ਨਹੀਂ ਕਰ ਰਿਹਾ, ਤੁਹਾਡੀ ਆਪਣੀ ਡਿਊਟੀ ਹੈ, ਤੁਸੀਂ ਸਾਰੇ ਜਾਣੇ ਪਹੁੰਚੋ ਉੱਥੇ। ਇਹ ਸਨ ਸਾਡੇ ਨਾਲ ਸੋਸ਼ਲ ਐਕਟਿਵਿਸਟ ਗੁਰਸਾਹਿਬ ਸਿੰਘ ਅਤੇ ਗੌਰਵਦੀਪ ਜੀ। ਇਹਨਾਂ ਨਾਲ ਅਸੀਂ ਗੱਲਬਾਤ ਕਰਕੇ ਹਟੇ ਹਾਂ। ਸੋ ਇਹ ਸੀਗੀ ਅੱਜ ਦੀ ਖਬਰ। ਵਧੇਰੀ ਖਬਰਾਂ ਲਈ ਜੁੜੇ ਰਹੋ ਲੁਧਿਆਣਾ ਟਾਈਮਸ ਦੇ ਨਾਲ। ਕੈਮਰਾਮੈਨ ਸਤਵੰਤ ਮਥਾਰੂ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।